ਤੁਹਾਡੀ ਨਜ਼ਰ ਵਿੱਚ ਸੈਂਕੜੇ ਹਜ਼ਾਰਾਂ ਲੋਕ ਹੋਣਗੇ ਜਿਨ੍ਹਾਂ ਦੇ ਪਰਿਵਾਰਾਂ ਦੀ ਅੱਲ ਪਈ ਹੋਈ ਸੀ। ਅੱਲ ਸਿੰਘਾਂ ਦੇ, ਅਕਾਲੀਆਂ ਦੇ, ਜਥੇਦਾਰਾਂ ਦੇ, ਸਾਧ ਸੰਗਤ ਜਿਨ੍ਹਾਂ ਦੀ ਅੱਲ ਪਈ ਸੀ ਪਰਿਵਾਰ ਸਿੰਘਾਂ ਦੇ, ਉਹਨਾਂ ਦੇ ਪਰਿਵਾਰ ਵਿੱਚੋਂ ਸਿੱਖੀ ਗੁਰੂ ਨੇ ਵਾਪਸ ਲੈ ਲਈ। ਕਿਉਂਕਿ ਸਿੱਖੀ ਗੁਰੂ ਦੀ ਆਪਣੀ ਮਰਜ਼ੀ। 2 ਪੀੜ੍ਹੀਆਂ ਚੱਲੀਆਂ ਨੇ, ਤੀਜੀ ਪੀੜ੍ਹੀ ਤੋਂ ਸਿੱਖੀ ਵਾਪਸ ਲੈ ਲਈ। ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਸਿੱਖੀ ਬਖਸ਼ਣ, ਇਹ ਵੀ ਯਾਦ ਰੱਖਿਓ, ਤੁਹਾਡੇ ਧਿਆਨ ਵਿੱਚ ਹੋਏਗਾ, ਜਿਨ੍ਹਾਂ ਪਰਿਵਾਰਾਂ ਵਿੱਚ ਸਿੱਖੀ ਦੀ ਕੋਈ ਗੱਲ, ਕੋਈ ਨੌ ਨਿਸ਼ਾਨੀ ਨਹੀਂ, ਜਿਨ੍ਹਾਂ ਦੇ ਪਿਤਾ ਪੁਰਖ ਦਾਦੇ ਪੜਦਾਦਿਆਂ ਨੂੰ ਸਿੱਖੀ ਦਾ ਕੋਈ ਗਿਆਨ ਨਹੀਂ, ਕਲਗੀਧਰ ਪਾਤਸ਼ਾਹ ਨੇ ਨਜ਼ਰ ਕੀਤੀ, ਅੱਗੇ ਪੋਤੇ ਤੇ ਪੜਬੋਤੇ ਉਹਨਾਂ ਦੇ ਪਰਿਵਾਰਾਂ ਸਿੱਖੀ ਬਖਸ਼ ਕੇ ਰੱਖਦੇ। ਉਹਨਾਂ ਪਰਿਵਾਰਾਂ ਵਿੱਚੋਂ ਅੰਮ੍ਰਿਤਧਾਰੀ ਸਿੱਖ ਤਿਆਰ ਹੋ ਰਹੇ। ਜਿਨ੍ਹਾਂ ਪਰਿਵਾਰਾਂ ਵਿੱਚ ਪਹਿਲਾਂ ਸਿੱਖੀ ਦਾ ਕੋਈ ਨਿਸ਼ਾਨ ਨਹੀਂ ਸੀ ਤੇ ਸਾਧ ਸੰਗਤ ਉਹਨਾਂ ਪਰਿਵਾਰਾਂ ਚੋਂ ਸਿੱਖੀ ਵਾਪਸ ਚਲੀ ਗਈ। ਜਿਨ੍ਹਾਂ ਦੀ ਕੁੱਲ ਵਿੱਚ ਅੱਲ ਪਈ ਸੀ, ਇਹ ਸਿੰਘਾਂ ਦੇ ਨੇ, ਇਹ ਅਕਾਲੀਆਂ ਦੇ ਨੇ। ਮੈਨੂੰ ਮਾਫ ਕਰਿਓ, ਸਿੱਖੀ ਸਿੱਧੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਲਕੀਅਤ ਹੈ, ਇਹ ਕਿਸੇ ਦੇ ਪਿਓ ਦੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ, ਭਗਤ ਜੀ ਨੇ ਰੱਬ ਨਾਲ ਜੋੜ ਕੇ ਗੱਲ ਕਹੀ, ਉਹ ਦੁਨੀਆ ਦੇ ਲੋਕੋ, ਰੱਬ ਕਿਸੇ ਦੇ ਪਿਓ ਦਾ ਨਹੀਂ ਹੈ। ਰੱਬ ਆਪਣੀ ਮਰਜ਼ੀ ਦਾ ਮਾਲਕ ਹੈ। ਉਹ ਜਿਹਦੇ ਉੱਤੇ ਨਜ਼ਰ ਕਰੇ ਉਹਨੂੰ ਆਪਣਾ ਪਿਆਰ ਬਖਸ਼ਦਾ ਹੈ, ਜਿਹਦੇ ਉੱਤੇ ਨਜ਼ਰ ਨਹੀਂ ਉਹਦੇ ਮਨ ਵਿੱਚ ਸ਼ੱਕ ਪੈਦਾ ਕਰਦਾ ਹੈ, ਉਹ ਰੱਬ ਤੋਂ ਦੂਰ ਹੋ ਜਾਂਦਾ ਹੈ। ਆਪਣ ਬਾਪੇ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ। ਰੱਬ ਪ੍ਰੇਮ ਦਾ ਬੱਝਿਆ ਹੋਇਆ, ਰੱਬ ਕਿਸੇ ਦੇ ਪਿਓ ਦਾ ਨਹੀਂ। ਇਸ ਲਈ ਜਿਹੜੀ ਸਿੱਖੀ ਪ੍ਰਾਪਤ ਹੋਈ ਹੈ ਬਹੁਤ ਵੱਡੀ ਦਾਤ ਹੈ। ਇਹ ਕਈ ਜਨਮਾਂ ਤੋਂ ਬਾਅਦ ਕਿਸੇ ਦੇ ਕਰਮ ਖੁੱਲਦੇ ਨੇ, ਫਿਰ ਉਹ ਬੰਦਾ ਅੰਮ੍ਰਿਤਧਾਰੀ ਹੁੰਦਾ ਹੈ। ਨਹੀਂ ਤੇ ਜਿਹੜੇ ਔਗਣ ਬੰਦੇ ਨੂੰ ਲੱਗ ਜਾਣ, ਪੂਰੀ ਉਮਰ ਉਹ ਔਗਣ ਧੋਤੇ ਨਹੀਂ ਜਾਂਦੇ। ਜਿਹੜੇ ਔਗਣ ਵਿਕਾਰਾਂ ਦੇ ਜਾਂ ਹੋਰ ਚੀਜ਼ਾਂ ਦੇ ਨਸ਼ੇ ਲੱਗ ਜਾਣ, ਉਹ ਬੰਦੇ ਛੱਡ ਹੀ ਨਹੀਂ ਸਕਦੇ ਜੇ ਉਹਦੀ ਨਜ਼ਰ ਕਿਰਪਾ ਨਾ ਹੋਵੇ। ਸਤਿਗੁਰ ਦੀ ਨਜ਼ਰ ਕਿਰਪਾ ਤੋਂ ਬਗੈਰ ਜਿਹਨੂੰ ਲੋਕ ਕਹਿਣ ਲੱਗ ਪਏ ਨਾ ਸ਼ਰਾਬ ਕਿਹੜਾ ਨਸ਼ਾ ਆ, ਤਾਂ ਮੈਨੂੰ ਛੱਡ ਕੇ ਦੱਸ ਦਿਓ ਜਿਨ੍ਹਾਂ ਨੂੰ ਲੱਗੀ ਹੈ। ਬੰਦੇ ਛੱਡ ਹੀ ਨਹੀਂ ਸਕੇ ਉਹ ਚੀਜ਼। ਸਾਧ ਸੰਗਤ, ਇਹ ਗੁਰੂ ਦੀ ਨਜ਼ਰ ਕਿਰਪਾ ਹੋਵੇ, ਵੱਡੇ ਤੋਂ ਵੱਡਾ ਔਗਣ ਛੁੱਟ ਜਾਂਦਾ ਹੈ। ਜੇ ਉਹਦੀ ਨਜ਼ਰ ਬਖਸ਼ਿਸ਼ ਨਹੀਂ, ਬਿਲਕੁਲ ਔਗਣ ਨਹੀਂ ਛੁੱਟੇਗਾ। ਇੱਕ ਗੁਰਮੁਖ ਪਿਆਰੇ ਕਲਕੱਤੇ ਰਹਿੰਦੇ ਨੇ, ਟਰੱਕ ਚੱਲਦੇ, ਸਰਦਾਰ ਅਜਮੇਰ ਸਿੰਘ ਜੀ। ਸਾਧ ਸੰਗਤ ਨੂੰ ਬਹੁਤ ਵੱਡਾ ਔਗਣ ਸੀ। ਉਹਨੇ ਦਾੜੀ ਕੇਸ ਰੱਖੀ, ਦਸਤਾਰ ਸੋਹਣੀ, ਪਰ ਡਰਾਈਵਰੀ ਕਰਦੇ ਉਹਨੇ ਟਰੱਕ ਬਣਾਏ ਨੇ ਟਰਾਂਸਪੋਰਟ। ਉਹਨੂੰ ਇੱਕ ਨਸ਼ਾ ਕੋੜ ਲੱਗ ਗਿਆ, ਜਿਹੜਾ ਹੱਥ ਉੱਤੇ ਮਲ ਕੇ ਖਾਂਦੇ, ਉਹਨੂੰ ਜਰਦਾ ਜਿਹਾ ਕਹਿੰਦੇ। ਉਹਨੇ ਘਰਦਿਆਂ ਤੋਂ ਚੋਰੀ ਖਾਣਾ। ਸਰਦਾਰ ਬਣਿਆ ਹੋਇਆ ਸੀ, ਟਰਾਂਸਪੋਰਟ ਪੈ ਗਈ, ਉਹਦੇ 25-30 ਟਰੱਕ ਚੱਲਣ ਲੱਗ ਪਏ, ਪਰ ਉਹਨੂੰ ਨਸ਼ਾ ਲੱਗਾ ਹੋਇਆ ਸੀ। 2 ਔਗਣ ਬਹੁਤ ਵੱਡੇ, ਇੱਕ ਉਹਨੇ ਤਾਸ਼ ਖੇਡਣੀ, ਜੂਆ ਖੇਡਣਾ, ਇੱਕ ਉਹਨੇ ਜਰਦਾ ਲਾਉਣਾ। ਸ਼ਰਾਬ ਨੂੰ ਤਾਂ ਲੋਕ ਨਸ਼ਾ ਹੀ ਨਹੀਂ ਮੰਨਦੇ, ਇਹਨੂੰ ਤਾਂ ਔਗਣ ਹੀ ਨਹੀਂ ਮੰਨ ਰਹੇ ਬਹੁਤ ਲੋਕ। ਇਹ ਸੰਸਾਰ ਦੇ ਲੋਕਾਂ ਦੀ ਭੁੱਲ ਹੈ। ਤਾਈਓ ਦਾਰੂ ਸ਼ਰਾਬ ਉੱਤੇ ਕਈ ਤਰ੍ਹਾਂ ਦੇ ਗੀਤ ਵੱਜਦੇ, ਤੁਸੀਂ ਸੁਣੋਗੇ, ਬਹੁਤ ਕੁਝ ਚੱਲ ਰਿਹਾ ਪਿੰਡਾਂ ਵਿੱਚ। ਵੱਡੇ ਵੱਡੇ ਸਰਦਾਰ ਆਪਣੇ ਪੁੱਤਾਂ ਧੀਆਂ ਦੇ ਵਿਆਹਾਂ ਉੱਤੇ ਲਾਇਸੈਂਸ ਲਾ ਕੇ ਪੈਲਸਾਂ ਵਿੱਚ ਸ਼ਰਾਬ ਚਲਾਉਂਦੇ ਨੇ, ਲਾਇਸੈਂਸ ਲੈ ਕੇ। ਜਿਹੜੇ ਲੋਕ ਇਲਾਕੇ ਵਿੱਚੋਂ ਚੰਗੇ ਗੁਰਮੁਖ ਪਿਆਰੇ, ਮਾਫ ਕਰਿਓ, ਗੁਰਸਿੱਖਾਂ ਦੀ ਸਿੱਖੀ ਜਮਾਤ ਦੇ ਦਲਾਂ ਦੀ ਅਗਵਾਈ ਕਰਦੇ ਨੇ। ਹੁਣ ਮੈਂ ਸ਼ਬਦ ਕਮਾਂ ਤੇ ਲੋਕ ਗੁੱਸਾ ਕਰਨਗੇ, ਮਾਫ ਕਰਿਓ, ਜਿਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਹੋਈ ਉਹ ਸਿੱਖ ਜਮਾਤ ਦੇ ਚੰਗੇ ਦਲ ਦੇ ਮੋਹਰੇ ਆਗੂ ਨੇ, ਪਰ ਉਹ ਆਪਣੇ ਪੁੱਤਾਂ ਧੀਆਂ ਦੇ ਵਿਆਹਾਂ ਤੇ ਸ਼ਰਾਬ ਚਲਾਉਂਦੇ, ਕਹਿੰਦੇ ਇਹ ਕਿਹੜਾ ਨਸ਼ਾ। ਉਹ ਸਰਦਾਰ ਅਜਮੇਰ ਸਿੰਘ ਨੂੰ ਔਗਣ ਲੱਗਿਆ ਹੋਇਆ ਸੀ। ਉਹ ਕਹਿੰਦਾ ਭਾਈ ਸਾਹਿਬ ਜੀ, ਇਹ ਨਸ਼ਾ ਛੁੱਟ ਨਹੀਂ ਸੀ ਰਿਹਾ, ਹਾਲਾਂਕਿ ਇਹਨੂੰ ਮਾਮੂਲੀ ਜਿਹਾ ਮੰਨਦੇ ਲੋਕ ਵੀ, ਜਰਦਾ ਲਾਉਣਾ ਕਈ ਨਸ਼ਾ ਹੈ। ਉਹ ਕਹਿੰਦਾ ਇਸ ਤਰ੍ਹਾਂ ਇਹ ਲੱਗ ਜਾਂਦਾ, ਜੇ ਸਾਹਮਣੇ ਕੋਈ ਬੰਦਾ ਜਰਦਾ ਲਾ ਰਿਹਾ ਹੋਵੇ ਨਾ, ਤਾਂ ਜਿਹੜਾ ਬੰਦਾ ਉਹ ਨਸ਼ੇ ਦਾ ਆਦੀ ਹੈ, ਕਹਿੰਦਾ ਉਹਨੂੰ ਵੇਖ ਕੇ ਅੰਦਰ ਏਦਾਂ ਦੇ ਉਹਦੇ ਕੀੜੇ ਚੱਲਣ ਲੱਗ ਪੈਂਦੇ, ਦਿਲ ਕਰਦਾ ਵੀ ਉੱਠ ਕੇ ਉਹਦੇ ਕੋਲੋਂ ਮੰਗਲਾ ਮੜ ਜਾ, ਚੁਟਕੀ ਦੇ ਦੇ। ਕਹਿੰਦਾ ਏਦਾਂ ਦਾ ਨਸ਼ਾ ਲੱਗਿਆ ਸੀ। ਕਹਿੰਦਾ ਭਾਈ ਸਾਹਿਬ, ਮੇਰੇ ਘਰ ਪਰਿਵਾਰ, ਮੇਰੇ ਬੱਚੇ ਕਹਿਣ ਲੱਗ ਪਏ ਕਿ ਅੰਮ੍ਰਿਤ ਛਕ ਲਈਏ। ਕਈ ਵਾਰ ਬੱਚੇ ਮਾਂ ਪਿਓ ਨੂੰ ਸੁਧਾਰ ਦਿੰਦੇ। ਘਰ ਵਾਲੀ ਨੇ ਕਿਹਾ ਅੰਮ੍ਰਿਤ ਛਕ ਲਈਏ, ਪਰ ਕਹਿੰਦਾ ਮੈਂ ਟਲ ਰਿਹਾ ਸੀ ਵੀ ਮੇਰੇ ਤੋਂ ਨਸ਼ਾ ਨਹੀਂ ਛੁੱਟਣਾ। ਇੱਕ ਦਿਨ ਕਹਿੰਦਾ ਮਸਕੀਨ ਸਾਹਿਬ ਦੀ ਕਥਾ ਸੁਣੀ। ਸਿੱਖ ਕੌਮ ਵਿੱਚ ਬਹੁਤ ਵੱਡੇ
विद्वान हुए ने ज्ञानी संत सिंह दी मस्कीन। ये गल सच है, कौमां नूं 5-5 दहाके 50-50 सालां तो बाद कोई विद्वान मिलदा है जिहड़ा कल्ला विद्वान ना होवे, ईमान विच भी भिज्जिया होवे, नहीं ते विद्वान कौमां नूं लभदे नहीं। असीं सुन पढ़ के कथा सुना देनी, इहनूं विद्वान नहीं तुसीं कह सकदे। कौमां विच विद्वान अज तक 15-17 साल गुजर गए मस्कीन साहब नूं गया, अज तक सिख कौम मस्कीन दा बदल नहीं पैदा कर सकी। साध संगत गुरु ग्रंथ साहिब महाराज नज़र किरपा करन, किते ओहो जिहे विद्वान फिर सानूं मिलण जिन्हां दे अंदर सच है, बिके होए ना होण, नहीं ते अध नालों वध तां असीं बिक जांदे आ। गुरु ग्रंथ साहिब महाराज नज़र करन। ओ भाई अजमेर सिंह कहते मस्कीन साहब दी कथा सुनी मैं लाइव। वो कह रहे सन, सिखा जे तेरे तो कोई औगण नहीं छुटदा, जेड़ा औगण सिर्फ तैनूं पता है, लोकां दे सामने वो औगण करके तैनूं शर्म आउंदी है, लज्जा आउंदी है, जा ओए सिखा ओदे कोल जा जेड़ा तेरा औगण धोण दी समर्था रखदा है। जे औगण किसे बंदे नूं दसोगे, वो 20-50 कोल होर गल करेगा। हर बंदा अपना औगण छुपाउंदा है कि मेरा आ भी औगण छुप जाए, आ भी छिप जाए, आपां गुण प्रगट करी दे, औगण छुपाई दे। ये साडी आदत है सारे, क्योंकि औगण नशर हो जाण लोग नफरत करन लग पैणगे। औगण नशर हो जाण तुहाडी इमेज घट जाएगी, बंदे दी इज्जत विच इमेज विच फर्क पैंदा है, ओदी निंदिया चुगली संसार विच निंदिया वधेगी, इमेज घट जाएगी, ओनू लज्जा शर्म आएगी, इसलिए औगण छुपाउंदा है। ते कहंदा मैं वो कथा सुनी, ਉਹਦੇ ਵਿੱਚ ਮਸਕੀਨ ਸਾਹਿਬ ਕਹਿ ਰਹੇ ਸੀ, ਉਹ ਜਿਹੜੇ ਔਗਣ ਦੀ ਤੈਨੂੰ ਲੱਜਾ ਆਉਂਦੀ ਹੈ, ਜਿਹੜਾ ਲੋਕਾਂ ਤੋਂ ਛਪਾਉਣਾ, ਜਿਹੜਾ ਔਗਣ ਦੱਸਣ ਲੱਗਿਆ ਸ਼ਰਮ ਆਉਂਦੀ ਹੈ, ਜਿਹੜਾ ਔਗਣ ਲੋਕਾਂ ਨੂੰ ਦੱਸੇ ਤਾਂ ਤੇਰੀ ਇਮੇਜ ਘਟਦੀ ਹੈ। ਉਹ ਕਹਿੰਦਾ ਮਸਕੀਨ ਸਾਹਿਬ ਕਥਾ ਸੁਣਾ ਰਹੇ ਸੀ, ਉਹ ਔਗਣ ਉਹਨੂੰ ਦੱਸ ਜਿਹੜਾ ਔਗਣ ਧੋ ਸਕਦਾ ਹੈ। ਉਹ ਕੌਣ ਹੈ? ਜਾਂ ਸਿੱਖਾ ਆਪਣੇ ਗੁਰੂ ਦੇ ਅੱਗੇ ਆਪਣੇ ਦਿਲ ਦੀ ਗੱਲ ਦੱਸ ਦੇ। ਉਹ ਕਹਿੰਦਾ ਇੱਕ ਸ਼ਰਮ ਮੈਨੂੰ ਇਹ ਵੀ ਆਉਂਦੀ ਸੀ ਵੀ ਬੱਚੀ ਮੇਰੀ ਵਿਆਹਣ ਵਾਲੀ ਹੈ, ਕੁੜਮਾਚਾਰੀ ਸ਼ੁਰੂ ਹੋ ਜਾਣੀ, ਐਡਾ ਐਡਾ ਮੇਰਾ ਦਾੜਾ ਤੇ ਮੈਂ ਜਰਦਾ ਲਾਵਾਂ। ਅੰਮ੍ਰਿਤ ਛਕਣਾ ਦੂਰ ਦੀ ਗੱਲ, ਔਗਣ ਨਹੀਂ ਸੀ ਛੁੱਟ ਰਿਹਾ। ਕਹਿੰਦਾ ਜਦੋਂ ਫਿਰ ਮੈਂ ਇਹ ਗੱਲ ਸੁਣੀ, ਉਹਨਾਂ ਸੁਣਾਈ ਉਹ ਦਿਲ ਦੀ ਗੁੱਝੀ ਗੱਲ, ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹੇ ਤੇਰੇ ਤੇ ਗੁਰੂ ਦੇ ਵਿਚਕਾਰ ਗੱਲ ਹੋ ਜਾਏ, ਆਪਣਾ ਔਗਣ ਗੁਰੂ ਨੂੰ ਦੱਸ ਦੇ। गुरु इन्नी समर्था रखदा है, रातों रात तेरा औगण धो देगा। गुरु इन्नी वड्डी समर्था दा मालक है, तत्काल उसे वक्त कम करने की समर्था रखदा। साध संगत शरीर दे रोग भी धोते जाते हैं, मन दे औगण भी गुरु धो दिंदा है। आ हुण कई टॉनिक दवाइयां चलियां ने, बहुते आयुर्वैदिक डॉक्टर कहंदे ने ਜਿਹੜਾ ਬੰਦਾ ਆਮਲੇ ਦਾ ਜੂਸ ਪੀ ਜਾਏ ਉਹਦਾ ਬਲੱਡ ਸਾਫ਼ ਹੋਣ ਲੱਗ ਪੈਂਦਾ, ਜੇ ਉਹਦੇ ਵਿੱਚ ਕੋਈ ਬਿਮਾਰੀ ਹੋਵੇ, ਉਹਦੇ ਪੇਟ ਦੀਆਂ ਸਰੀਰ ਦੀਆਂ ਬਿਮਾਰੀਆਂ ਧੋਤੀਆਂ ਜਾਂਦੀਆਂ। ਇਹ ਤਾਂ ਕੁਦਰਤ ਦਾ ਬਣਾਇਆ ਹੋਇਆ ਇੱਕ ਫਲ ਹੈ। ਆਮਲੇ ਤੋਂ ਬਣੇ ਜੂਸ ਨਾਲ ਕਈ ਰੋਗ ਸਰੀਰ ਚੋਂ ਧੋਤੇ ਜਾਂਦੇ ਨੇ, ਬਲੱਡ ਉਹਦਾ ਪਿਉਰੀਫਾਈ ਹੁੰਦਾ ਹੈ। ਸਾਧ ਸੰਗਤ ਜਿਹੜੇ ਰੱਬ ਨੇ ਆਮਲਾ ਬਣਾਇਆ, ਜੇ ਰੱਬ ਦਾ ਨਾਮ ਜਪਣ ਲੱਗ ਜਾਓ ਪੂਰਾ ਕੁਝ ਹੀ ਸ਼ੁੱਧ ਕਰਦਾ ਹੈ, ਸਰੀਰ ਵੀ ਤੇ ਅੰਦਰ ਦੇ ਔਗਣ। ਉਹ ਕਹਿੰਦੇ ਜਦੋਂ ਮੈਂ ਕਥਾ ਸੁਣੀ, ਉਹ ਕਹਿੰਦੇ ਤੇਰੇ ਗੁਰੂ ਦਾ ਹੁਕਮ ਹੈ, ਉਹ ਸਿੱਖਾ ਦਿਲ ਦੀ ਗੱਲ ਗੁਰੂ ਨੂੰ ਦੱਸ, ਜਿਹੜੀ ਗੱਲ ਲੋਕਾਂ ਨੂੰ ਦੱਸਣ ਤੋਂ ਸ਼ਰਮਦਾ ਹੈ, ਆ ਕੇ ਗੁਰੂ ਨੂੰ ਕਹਿ ਦੇ ਗੋਹਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ, ਤਾਂ ਸਰਬ ਸੁਖ ਪਾਈਐ। ਦਿਲ ਦੀ ਗੁੱਝੀ ਗੱਲ ਕਹਿ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਤੇ ਕਹਿੰਦੇ ਗੁਰੂ ਵਿੱਚ ਇੰਨੀ ਸਮਰੱਥਾ, ਉਹ ਤੈਨੂੰ ਨਿਰਮਲ ਕਰਦਾ ਹੈ। ਕਹਿੰਦਾ ਭਾਈ ਸਾਹਿਬ ਜੀ ਮੈਂ ਸਵੇਰੇ ਟਰਾਂਸਪੋਰਟ ਤੇ ਜਾਣਾ ਸੀ, ਮੈਂ 10 ਵਜੇ ਸਿੱਧਾ ਗੁਰਦੁਆਰਾ ਸਾਹਿਬ ਗਿਆ। ਸਵੇਰੇ ਜਰਦੇ ਦੀ ਪੁੜੀ ਜੇਬ ਵਿੱਚੋਂ ਕੱਢ ਕੇ ਗੁਰਦੁਆਰੇ ਦੇ ਬਾਹਰ ਇੱਕ ਇੱਟ ਦੇ ਥੱਲੇ ਲੁਕੋ ਦਿੱਤੀ। ਇੱਟ ਥੱਲੇ ਲੁਕੋਈ ਹੈ, ਸੁੱਟੀ ਨਹੀਂ, ਕਿਉਂਕਿ ਮਨ ਵਿੱਚ ਸੀ ਜਾਣ ਲੱਗਿਆ ਚੁੱਕ ਕੇ ਲੈ ਕੇ ਜਾਣੀ ਹੈ। ਨਸ਼ਾ ਜਿਹੜਾ ਹੈ ਉਹ ਬੰਦਾ ਲੁਕੋ ਕੇ ਰੱਖਦਾ। ਉਹ ਕਹਿੰਦਾ ਮੈਂ ਪੁੜੀ ਉੱਥੇ ਰੱਖ ਕੇ ਇੱਟ ਥੱਲੇ ਹੱਥ ਮੂੰਹ ਧੋ ਕੇ ਗੁਰਦੁਆਰੇ ਦੇ ਅੰਦਰ ਗਿਆ। 2 ਸੱਜਣ ਅੰਦਰ ਬੈਠੇ ਸਨ। ਮੇਰੇ ਮਨ ਵਿੱਚ ਜਦੋਂ ਉਹ ਚਲੇ ਗਏ ਮੈਂ ਫਿਰ ਅਰਦਾਸ ਕਰਾਂ। ਜਦੋਂ ਉਹ ਉੱਠ ਕੇ ਚਲੇ ਗਏ, ਮੈਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਕੱਲੇ ਰਹਿ ਗਏ। ਕਹਿਣ ਲੱਗੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਮੈਂ ਬੋਲ ਕੇ ਕਿਹਾ ਪਾਤਸ਼ਾਹ ਮੈਨੂੰ ਆ ਔਗਣ ਲੱਗਾ,
बच्ची ब्याहण वाली है, एडा एडा दड़ है, परिवार वाले अमृत छकण नूं कहंदे ने, मेरे तो जरदा नहीं छुटदा, ये नशा नहीं छुट रहा, मैं किवें अमृत छकां? महाराज मेरा नशा छड़ा दिओ, मेरा ये छड़ा दिओ जरदा खाना, मेरी आदत अंदर दी धो दिओ। साध संगत वो कहना अरदास करदे आ, मैं ते धन गुरु ग्रंथ साहिब महाराज अखां विच मेरे विराग आ गया, जिवें वो अथरू आए मैं फिर मत्था टेक के बह गया। 5 पौड़ियां कहना मैनू जपजी साहिब आउंदियां सी, मैं वो पढ़न लग पिया, बह के पढ़दे ऐसी सुरत जुड़ी, पता नहीं वो सुरत जुड़ी कि पता नहीं, कहना मैनू नींद आई, मैं उहदे बारे नहीं दस सकदा क्यों, दा पहला विआह सी। कहना जपजी साहिब दीयां 5 पौड़ियां पढ़दे, उस तो बाद मैनू उदों ही सुरत आई जदों 1 घंटा सवा घंटा लंघ गया, 11:15 बज गए। जदों मैं उठ के तुरया काली काली नमस्कार करके परिक्रमा करके, तक कहना मैं जोड़ा पाया चला गया, मैनू इट थल्लियों जरदे दी पुड़ी चुकनी भुल गई। देखो गुरु किन्ना वड्डा, वो जिहड़ी बाहर जरदे दी पुड़ी लुकोई सी ना, कहना मैनू जरदा चुकना भुल गया ते भाई साहब मैं ट्रांसपोर्ट ते चला गया। वो दिन हद पूरा दिन मैनू तलब ना लगी, अगले दिन रात भी लंघ गई, दूजे दिन कई बंदे मेरे सामने खांदे दिसे, मेरे ते असर होना हट, तलब लगनी बंद हो गई। वो कहंदा वो दिन गया, अज जांदा है 1.5 साल हो गया, 6 महीने पहला विआह कीता, फिर खंडे वाटे दी पौल छकी, अज 1.5 साल हो गया, ओदा नशा छुट गया। कौन कहंदा औगण छुटदे नहीं, जे गुरु अगे अरदास करो गुरु धो के रख दिंदा औगण सारे। साध संगत ताइयों गुरु ग्रंथ साहिब महाराज जी ने कहा बलिहार जाया कर, जेड़ा गुरु आप मुक्त है ते तैनू औगणा तो मुक्त करन दी समर्था रखदा है। एक बार सुरत जोड़ियो, प्यार नाल कहो सारे, ऐसे गुर को बल बल जाइए आप मुकत मोहे तारे, ऐसे गुर को बल बल जाइए आप मुकत मोहे तारे, ऐसे गुर को बल बल आप मुकत, वाह वाह, ऐसे गुर को ऐसे गुर को बल बल जाइए आप मुकत मोहे तारे, ऐसे गुर को बल बल जाइए आप मुकत मोहे तारे, ऐसे गुर को बल बल आप मुकत, ऐसे गुर को बल बल। गज के जेड़ी संगत नमस्कार करने वास्ते खड़ी, वो भी अपना ध्यान सीधा ही गुरु ग्रंथ साहिब महाराज दे टिका के कहो, ऐसे गुर को बल बल जाइए, ऐसे गुर को बल बल जाइए, ऐसे गुर को, वाह, ऐसे गुर को बल बल जाइए, ऐसे गुर को बल बल जाइए, ऐसे गुर को, धन श्री गुरु ग्रंथ साहिब जी, धन श्री गुरु ग्रंथ साहिब जी, धन श्री गुरु, पर साध संगत एनर्जी पूरी झोकनी पैगी बंदे ने। अरदास करन लगे ये नहीं वे शरीर इत्थे आ ते कह किते होर रहा। तुसी जिन्ने शरीर बैठे हो गुरु ग्रंथ साहिब महाराज जी नूं नमस्कार करके बैठे हो। साध संगत धन श्री गुरु ग्रंथ साहिब महाराज जी नूं नमस्कार करके संगत विच बैठे हो। एक बार दिल विच हाथ मारियो, सोचो मत्था टेकन लगे जो मंगया तुहानू याद है तुसी की अरदास की? बहुत बिरले शरीर ने जिहड़े बहुत सुचेत सावधान होके नमस्कार करनगे, अरदास करनगे। नहीं ते साध संगत ध्यान किते होर है,
बैठे किते होर आ, मत्था किते होर टेकिया जा रहा। सचखंड श्री दरबार साहिब हरमंदर साहिब संगत 1.5-2 घंटे लाइन विच लग के अंदर नमस्कार करदी। जदों तुसीं हरमंदर साहिब जाओ तुहानूं 1.5 घंटा 2 घंटे लाइन विच लगना पैंदा है, ते जदों अंदर चले जाओ उदों 1 मिनट वास्ते पूरी एनर्जी एकाग्र होकर अरदास कह दिया करो, वो 1.5-2 घंटे की तुहाडा लाइन विच लगी तपस्या सफल हो जाएगी। उत्थे काली नहीं, उत्थे खलोते सेवादारां नूं हुण ताड़ना कर दी गई है। कोई हथ जोड़ के अरदास करदा होवे बिल्कुल तुहानूं हिला के नहीं कहणगे वे अगे चल, खड़ियां नूं कहणगे। जदों जंगले दे कोल कोई हथ जोड़ के खलो गया तुहानूं हिलाएगा नहीं सेवादार। क्यों? साध संगत ये ठीक है, उन्हां दी मजबूरी है कि उत्थों छेती संगत नूं तोरना पैंदा है, पर जदों अरदास करो तुहानूं हिलाएगा नहीं कोई सेवादार, क्योंकि ये तुहाडी 1.5 घंटे की तपस्या सफल होनी है। ਜਿਹੜਾ ਤੁਸੀਂ 1.5 ਘੰਟੇ ਤੋਂ ਜੁੜੇ, ਜਦੋਂ ਪੂਰੀ એનર્ਜੀ ਨਾਲ ਅਰਦਾਸ ਕੀਤੀ ਜਾਏ ਤੁਹਾਨੂੰ ਉਹਦਾ ਲਾਭ ਹੋਏਗਾ। ਪੂਰੀ એનર્ਜੀ ਨਾਲ ਇੱਕ ਜਗ੍ਹਾ ਇਕਾਗਰ ਹੋ ਕੇ ਬਾਣੀ ਪੜੋ, ਉਹਦਾ ਲਾਭ ਹੁੰਦਾ ਹੈ। ਇੱਕ ਛੋਟੀ ਜਿਹੀ ਗੱਲ ਤੁਹਾਡੇ ਕੰਮ ਆਏਗੀ। ਜਿਹੜਾ ਸਾਲ ਲੰਘਿਆ, ਇੱਕ ਗਰੀਬ ਪਰਿਵਾਰ ਦੀ ਬੱਚੀ ਨੇ ਓਲੰਪਿਕ ਵਿੱਚ ਬੜੀ ਵੱਡੀ ਐਥਲੀਟ ਹੈ, ਉਸ ਲੜਕੀ ਨੇ 700 ਮੀਟਰ ਦੀ ਦੌੜ ਵਿੱਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਗਰੀਬ ਪਰਿਵਾਰ ਦੀ ਹੈ। उस बच्ची दी सोने का तगमा प्राप्त करने तो बाद इंटरव्यू हुई है और ओदी ओ दौड़ वाली वीडियो हुण बड़ी वायरल हो रही है, नेट उत्ते तुहाडे कोल पई हुई। जदों ओ लड़की ने दौड़ शुरू की ना 700 मीटर दी, तां जिवें ही ओ ट्रैक तो बच्चियां ने भजना शुरू किया, पूरे वर्ल्ड दीयां लड़कियां, दूजे देशों तो भी लड़कियां भाग लै रही सन। ये पूरे वर्ल्ड की दौड़ सी, दूजे देशों ਦੀਆਂ लड़कियां दौड़ रही सन। जदों वो दौड़ शुरू हुई ट्रैक तो वो लड़की वीडियो विच वेखोगे 7वें नंबर उत्ते दौड़ रही है। ਉਹਦੇ ਤੋਂ ਪਹਿਲਾਂ 6-7 लड़कियां अगे ने, दूजे देशों ਦੀਆਂ 7 देशों ਦੀਆਂ लड़कियां अगे दौड़ रही सन, वो 7वें नंबर ते। जदों अद्धी दौड़ 350 मीटर पूरी हो गई, उदों वो लड़की 5वें नंबर ते पहुंच गई। भाव ਉਹਦੇ ਤੋਂ ਅੱਗੇ 4 ਦੇਸ਼ਾਂ ਦੀਆਂ ਲੜਕੀਆਂ ਹੋਰ ਦੌੜ ਰਹੀਆਂ ਸਨ, ਉਹਦਾ 5ਵਾਂ ਨੰਬਰ ਸੀ। ਅੱਧੀ ਦੌੜ ਪੂਰੀ ਹੋ ਚੁੱਕੀ ਸੀ, 350 ਮੀਟਰ। ਵੇਖੋ ਇਹ ਗੱਲ ਆਪਣੇ ਕੰਮ ਆਉਣ ਵਾਲੀ ਹੈ। ਸਾਧ ਸੰਗਤ ਤੋਂ ਬਾਅਦ ਅੱਧੀ ਦੌੜ 350 ਮੀਟਰ ਰਹਿ ਗਈ। ਉਸ ਅੱਧੀ ਦੌੜ ਵਿੱਚ ਜਿਹੜੀ ਸਿਰਫ 1.5 ਮਿੰਟਾਂ ਵਿੱਚ ਉਹਨੇ ਸ਼ਾਇਦ 1.5 ਮਿੰਟ ਵਿੱਚ ਪੂਰੀ ਕੀਤੀ। ਅੱਧੀ ਦੌੜ ਵਿੱਚ ਜਦੋਂ ਉਹ 5ਵੇਂ ਨੰਬਰ ਤੇ ਸੀ, ਉਸ ਤੋਂ ਬਾਅਦ ਉਹਦੇ ਸਰੀਰ ਵਿੱਚ ਇੰਨੀ એનર્ਜੀ, ਇੰਨੀ ਸ਼ਕਤੀ ਦੌੜਨ ਦੀ ਆਈ, ਉਹਨੇ 5 ਦੇਸ਼ਾਂ ਦੀਆਂ ਲੜਕੀਆਂ ਨੂੰ ਕੱਟ ਕੇ 350 ਮੀਟਰ ਦੌੜਦਿਆਂ 1 ਨੰਬਰ ਉੱਤੇ ਸੋਨੇ ਦਾ ਤਗਮਾ ਪ੍ਰਾਪਤ ਕਰ ਲਿਆ। ਜਦੋਂ ਉਹਦੀ ਇੰਟਰਵਿਊ ਹੋਈ, ਉਹ ਤੋਂ ਪੁੱਛਿਆ ਗਿਆ 350 ਮੀਟਰ ਤੱਕ ਤੁਸੀਂ ਸਿਰਫ 2 ਲੜਕੀਆਂ ਨੂੰ ਕੱਟਿਆ। 7वें नंबर ते दौड़ रही सी, अपने देश की बड़े गरीब परिवार की लड़की। ਉਹਨੂੰ ਪੁੱਛਿਆ ਜਦੋਂ ਤੁਸੀਂ पूरे वर्ल्ड ਦੀਆਂ ਲੜਕੀਆਂ ਨਾਲ ਦੌੜ ਲਾ ਰਹੇ ਸੀ, ਉਦੋਂ ਤੁਸੀਂ 7ਵੇਂ ਨੰਬਰ ਤੇ ਦੌੜਨਾ ਸ਼ੁਰੂ ਕੀਤਾ। ਫਿਰ ਅੱਧੀ ਦੌੜ ਤੱਕ ਸਿਰਫ 2 ਲੜਕੀਆਂ ਕੱਟੀਆਂ ਗਈਆਂ, 5ਵੇਂ ਨੰਬਰ ਤੇ ਸੀ। ਰਹਿੰਦੀ ਅੱਧੀ ਦੌੜ 350 ਮੀਟਰ ਵਿੱਚ ਤੁਸੀਂ 5 ਦੇਸ਼ਾਂ ਦੀਆਂ ਲੜਕੀਆਂ ਨੂੰ ਪਛਾੜ ਕੇ 1 ਨੰਬਰ ਤੇ ਕਿਵੇਂ ਆ ਗਏ? उस बच्ची ने बड़ी सुंदर गल कही इंटरव्यू में। वो कहती जेड़ा मेरा कोच है ना, टीचर जिन्हें मैनू सिखाया दौड़ना, मेरे कोच दा मैनू इक्को ही उपदेश सी, जदों तू दौड़ विच दौड़ना तेरे नाल दूजे देशां दे कंपीटीटर कंपीटीशन विच होणगे, पर अव्वल उहिओ आउंदा है जेड़ा आले दुआले दूजियां वल ना वेखे। 350 मीटर तो बाद कहंदी मैं भुल गई कि मेरे नाल कोई दौड़ रहा है, मैं भुल गई कि मेरा कोई कंपीटीटर है, मैनू भुल गया कि मेरे बराबर कोई दौड़ रहा है। मैनू सिर्फ सामने बही हुई लैन ट्रैक दिस रहा सी और मैनू नहीं पता मैं कदों 1 नंबर ते आ गई। उन्हें आले दुआले नहीं वेख्या कौन। जदों शरीर की पूरी एनर्जी एक जगह ते एकत्र हो जाए, साध संगत उस शरीर विच बड़ी वड्डी शक्ति भर जाती है। इहो गल गुरु ने कही है, सिखा सावधान सुचेत एकाग्र हो के। ओए किते जपजी साहिब दी एक पौड़ी उत्ते भी तेरी सुरत टिक जाए, 1 मिनट दी जुड़ी हुई सुरत तेरे पूरे 24 घंटे नूं जोड़ के रख दे। साध संगत
शरीर विच एनर्जी वधदी। इहो गल साडे गुरु ने सानू कही है, जदों संगत विच बैठे बाणी पढ़े सेवा करें, ये ना वेख दूजा की करदा, ये ना वेख तेरे नाल कौन खड़ा है, ये ना वेख तेरे कोल कौन बैठा है, तेरी सुरत सिर्फ गुरु वल होनी चाहिदी है। सिखा गुरु वल तुरे ते अगे पिछे ना वेख। जदों दूजियां वल वेखदे अद्धी एनर्जी अपनी उधर चली जाती है। इसलिए महाराज ने बाणी अंदर कहा, कबीर साधु को मिलने जाइए, साथ न लीजे कोई। साथ दा अर्थ थोड़ी वे तुसी दीवान चाहे हो तां नाल ना किसे नूं लैके आओ। ਇਹਦਾ ਭਾਵ है जदों गुरु कोल आवे साथ आला दोला ना वेख कौन है, तू किसे तो की ले। जदों दूजे शरीरां वल वेखोगे व्याख्या शुरू हो जाएगी, ਉਹਦੇ बारे सोचण लग जाओगे, ਤੁਹਾਡੇ 1.5-2 घंटे बर्बाद हो जाएंगे। साथ संगत पूरी एनर्जी नालों कम करो। एक मैं तुहानूं होर बेनती करांगा, नितनेम करदे आ जदों बाणी पढ़ो जपजी साहिब, जे कोई ख्याल आवे ना कि खबरिया मैं जिंदा लाया खबरिया नहीं लाया, पहला उठ के वो काम कर लो जिहड़ा तुहाडी सुरत कमा। जे बाणी पढ़दे आ ध्यान विच आवे ना बीबीओ कि खबरिया गैस चलदा ही छड्डता मैं, तां वो जपजी साहिब पढ़ना उत्थे ही बंद कर दिओ। पहला जाके गैस चेक करो कि चलदा है कि बंद है, नहीं ते तुसीं जपजी साहिब पढ़ी जाओगे, ध्यान गैस वाल ही रहेगा, खबरिया चलदा ही छड्ड दित्ता। इदां पूरी एकाग्रता चाहिदी है। तां हजूर ने बाणी अंदर कहा, कबीर साधु को मिलने जाइए, साथ न लीजे कोई, पाछे पाँव न दीजिए, अगे होए सोए। इनू महाराज ने कहा, अगाह को तरांग, पिछा फेर न मुड़ड़ा। पिछे मुड़ के ना वेख, नो लुकिंग बैक। कौन की कर रहे है, तू उतों की लेना है, पिछा फेर न मुड़ड़ा। नानक सिजाए हावार, बहु ना होवी जन्मड़ा। ये वक्त द्वारा नहीं आएगा। भलिया पुरशा जिथे बैठा हो समा सफल कर। एक बार अपनी सुरत जोड़ के सारे प्यार नाल कहो, वाहिगुरु 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 वाहिगुरु। वाह वाह, इन्ना गज के बोलो तुहाडे रोम खुल जाण शरीर दे। पता नहीं फिर की कुछ खुलना उहदे नाल, किन्ना कुछ शरीर चों झड़ना है। एक बार सुरत जोड़ के कहो, ध्यान धर के, वाहिगुरु 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 वाहिगुरु। वाहिगुरु 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 वाहिगुरु। आखो सतनाम श्री। महाराज ਇਹਦਾ कोई लाभ होएगा जे इदां कोई सुरत जोड़ के जपन लग जाए, ਉਹਦਾ लाभ की है। हुण सिद्धे शब्दां ਵਿੱਚ सुखमनी ਸਾਹਿਬ ਵਿੱਚ महाराज ने कहा, जिथे मां प्यो भैन भाई पैसा दौलत जमीन कम ना आवे, जदों तेरे ते भयानक वक्त आउणा ना, भयानक दलां दे दल तेरे आले दुआले जम घुम्मणगे, कहंदे उदों अकाल पुरख वाहिगुरू दा नाम जपिया सहाई होएगा। आ माहौल जिहड़ा तू सुरत जोड़ के जपिया, अंत वेले अपने आप तैनू ऐ लगेगा मैं संगत विच बैठा, ऐ महसूस होएगा तेरी सुरत नू मेरी सुरत नाम जप रही है। हजूर ने कहा, जै मात पिता सुत मीत ना पाई। पढ़ो सारे, मनुहा नाम तेरे संग, जय महा भयान दूत जम दले। तै केवल
नाम संग तेरे चले, जय मुश्किल होवे अत भारी। हर को नाम खिन माहे उदारी। एक बहुत वड्डा राजा होया दा सिख है। अंत समा आया, साध संगत ओदे श्वास ना निकल, ओनू मौत ना आवे। कई दिन गुजर गए, साध संगत ओदे शरीर दा क्रिया कर्म साफ कर रहे सन नौकर चाकर, पुत्र धीआं, कोई पुत नौ नेड़े ना आवे। सफाई तां करदे रहे, पर साध संगत अखीर ओदे बिस्तरे तो, ओदे कपड़ियां तो बदबू आउण लगी। जेड़ा शरीर है हिले ना पिया, ओदी मौत ना होवे, श्वास ना पूरे होण, ओ शरीर गलना शुरू हो गया। ओनू बख दवा के थल्ले कॉटन रखन लग पे, गले हुए शरीर विच किरम चलन लग पे। ओ कीड़ियां करके फिर बदबू कमरे विच आउण लग पई। कोई नेड़े ना आवे। ओदे पुत नोहा सगा परिवार ऐदां दूरों वेखदा सी, पैसियां ते नौकर रखे सी। साध संगत एक दिन फिर ओ किसे गुरमुख प्यारे रब दी रूह उन्हां दे कोल जाके कहंदे, महापुरुषो फलाने राजे दी मौत नहीं हो रही, ओदे श्वास नहीं पूरे हो रहे, शरीर गल गया, किरम चलन लग पे, बदबू आउंदी है। एक तरह का कुंभी नरक बन गया। नरक तो महापुरुषां कहा, भाई जो कुछ उन्हें इकट्ठा किया हुण ओही ओदे सहाई होएगा। जेड़ा कुछ उन्हें जिंदगी च इकट्ठा किया, जिन्ने प्लाट, जिन्नी जमीन, जिन्ने बाग बनाए ने, वो कदे गर्मियां ले फलानी जगह ते फार्म, कदे पैसे लेके शिमले दे रस्ते विच फार्म बनाया। जिंदगी विच इंजॉय करनी है। कहंदे हुण ओनू कहो, जेड़ा फार्म ओने शिमले वाले रस्ते ते बनाया होया, उत्थे जाके कुछ ले ले। हुण वो फार्म सहाई नहीं होणगे। हुण दरखत ला के, फलदार बूटे, एसी ला के बनाए ऐश प्रस्ती ले ओ टिकाणे, उत्थे कम नहीं होणगे। जदों सारे साथ छड्ड गए, ਉਹਦੇ ਕਿਸੇ ਸੰਗੀ ਸਾਥੀ ਪਰਿਵਾਰ ਵਾਲੇ ਨੇ ਕਿਹਾ, ਮਹਾਂਪੁਰਸ਼ੋ ਭਲਾ ਕਰਦੇ ਹੋ, ਤੁਹਾਡਾ ਤਾਂ ਕੰਮ ਹੀ ਪਰਉਪਕਾਰ ਦਾ ਹੈ। ਉਹ ਕਹਿੰਦੇ, ਭਾਈ ਅਸੀਂ ਕੌਣ ਹੁੰਨੇ ਭਲਾ ਕਰਨ ਵਾਲੇ, ਭਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਰਨਾ। ਜਾਓ ਉਹਦੇ ਕੋਲ ਕਿਸੇ ਨੂੰ ਬਿਠਾ ਕੇ ਜਪਜੀ ਸਾਹਿਬ ਦਾ ਪਾਠ ਕਰੋ। ਸਾਧ ਸੰਗਤ 3 ਦਿਨ ਜਪਜੀ ਸਾਹਿਬ ਦਾ ਜਾਪ ਹੁੰਦਾ ਰਿਹਾ। ਤੀਸਰੇ ਦਿਨ ਅੰਮ੍ਰਿਤ ਵੇਲੇ ਉਹ ਜਪਜੀ ਸਾਹਿਬ ਦਾ ਜਾਪ ਜਿਵੇਂ ਸਮਾਪਤ ਹੋਇਆ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਸਰੀਰ ਚੋਂ ਸਵਾਸ ਲੋਪ ਹੋ ਗਏ। ਜਿਹੜਾ ਸਰੀਰ ਇੰਨੇ ਦਿਨਾਂ ਦਾ ਮਰਦਾ ਨਹੀਂ ਸੀ, ਮੌਤ ਉਡੀਕ ਰਹੇ ਸੀ, साध संगत बाणी ने छुटकारा कराता। अजे पता नहीं कितना चिर उन्हें रहना सी। ऐसे बंदे 7-7 महीने 9-9 महीने लोग कोमा विच इदां पै रहिंदे, गले सड़े। पिछे जे एक सेंटर दे मिनिस्टर दी मौत हुई है, 7 महीनों बाद शरीर गल गया पै के कोमा च। जिथे कोई सहाई ना होवे उत्थे शब्द सहाई होंदा है। जय मात पिता सुत मीत न पाई, पढ़ो मानुहा नाम तेरे संग सहाई। जय महाभ्यान दूत जम दले, ते केवल नाम संग तेरे चले। जय मुश्किल होवे अत भारी, हर को नाम खिन, आखो गज के, हर को नाम खिन। जिथे अत मुश्किल बन जाए, एक खिन विच नाम उधार दिंदा। एक होर बेनती प्यार नाल सुनियो, सेवा ते सिमरन दा लाभ है कोई? आ कोई फॉर्मेलिटी नहीं है वे एवें साल बाद समागम कराने ने, हजारां लोग सदने, लंगर लाने। बहुते लोगों ने इहनूं फॉर्मेलिटी समझ लिया, चलो बई मजीठे दीवान चलदे देख के आईए। देखण वाले थोड़ी है, ये दीवान वेखण वास्ते आए। जिहड़े वेखण वास्ते आए, साध संगत लभदा नहीं कुछ, इत्थे सुनन वास्ते आउंदे। वेखण वास्ते आओगे कमियां लभणगी, वेखण वास्ते आओगे बड़ा कुछ होर इकट्ठा करके ले जाओगे। सिर्फ सुनना आउणा जो गुरु ग्रंथ साहिब महाराज की बाणी का उपदेश है। सतगुरु अरदास करियो कि गुरु ग्रंथ साहिब महाराज नदर करन, आपां कहण ते सुनन वालियां ते किरपा हो जाए उपदेश। मैं एक दिन अगे भी बेनती की,
ਲਾਈਵ ਟੈਲੀਵਿਜ਼ਨ ਤੋਂ ਇੱਕ ਮਾਈ ਹੈ, ਉਹ ਥੋੜੇ ਮਹੀਨੇ ਪਹਿਲਾਂ ਉਹਦੀ ਮੌਤ ਹੋਈ। ਸ਼੍ਰੀ ਦਰਬਾਰ ਸਾਹਿਬ ਉਹ ਸੇਵਾ ਕਰਦੀ ਸੀ। ਉਹਦੀ ਉਮਰ ਕੋਈ ਕਰੀਬਨ 65-67 ਸਾਲ ਠਹਿਰੀ ਹੋਣੀ ਹੈ। ਉਹ ਤੋਂ ਨਾਲ ਦੀਆਂ ਮਾਈਆਂ ਨੇ ਇੱਕ ਦਿਨ ਪੁੱਛਿਆ, ਉਹ ਸੇਵਾ ਪਤਾ ਕਿੰਨੀ ਕਰਦੀ ਸੀ? ਕਦੇ ਉਹਦੇ ਕੋਲ ਵੱਡਾ ਸਾਰਾ ਟਾਵਲ ਤੁਸੀਂ ਵੇਖੋਗੇ, ਉਹਨੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਜਿੱਥੋਂ ਤੁਸੀਂ ਜਲ ਦਾ ਚੋਲਾ ਲੈਂਦੇ ਹੋ ਹਰ ਕੀ ਪੌੜੀ ਤੋਂ, ਉੱਥੋਂ ਉਹਨੇ ਪਰਕਰਮਾ ਤੱਕ ਇਦਾਂ, ਹੋਰ ਕਈ ਮਾਈਆਂ ਜੋ ਹੋਰ ਵੀ ਕਰਦੀਆਂ ਨੇ, ਉਹਨੇ ਉਹ ਟਾਵਲ ਦੀ ਸੇਵਾ ਕਰਨੀ। ਫਿਰ ਜਦੋਂ ਉੱਥੋਂ ਲੱਗਣਾ ਵੀ ਥੋੜਾ ਜਿਹਾ ਥਕਾਵਟ ਜਿਹੀ ਹੋ ਗਈ, ਫਿਰ ਉਹਨੇ ਬਹਿ ਜਾਣਾ, ਬਹਿ ਕੇ ਪਾਠ ਕਰਨਾ। ਇੱਕ ਸੁਖਮਨੀ ਸਾਹਿਬ ਦਾ ਹੋਵੇ, ਘੱਟ ਹੋ ਜਾਣ 2-4 ਅਸ਼ਟਪਦੀਆਂ, ਉਹਨੇ ਬਹਿ ਕੇ ਪਾਠ ਕਰਨਾ। ਪਾਠ ਕਰਕੇ ਫਿਰ ਘੜੀ ਕੀਰਤਨ ਸੁਣ ਬਹਿ ਜਾਣਾ। ਫਿਰ ਜਦੋਂ ਲੱਗਿਆ ਲੱਤਾਂ ਦੁਖਣ ਲੱਗ ਗਈਆਂ, ਫਿਰ ਉੱਠ ਕੇ ਲੰਗਰ ਵਿੱਚ ਆ ਜਾਣਾ। ਲੰਗਰ ਵਿੱਚ ਆ ਕੇ ਸੇਵਾ ਕਰਨ ਲੱਗ ਪੈਣੀ। ਫਿਰ ਉਹਨੇ ਕਦੇ ਸਾਹਮਣੇ ਲਾਚੀ ਵੇਰੀ, ਜਿੱਥੇ ਕੜਾਹ ਪ੍ਰਸ਼ਾਦੀ ਦੇਗ ਮਿਲਦੀ, ਜਿੱਥੇ ਲੋਕ ਦੇਗ ਪ੍ਰਵਾਨ ਕਰਾਉਂਦੇ ਨੇ ਦਰਸ਼ਨੀ ਡਿਓੜੀ ਕੋਲ, ਉੱਥੇ ਲਿਫਾਫਿਆਂ ਦੀ ਸੇਵਾ ਕਰਨੀ। ਉਹਦੇ 24 ਘੰਟਿਆਂ ਚੋਂ 17-18 ਘੰਟੇ ਸੇਵਾ ਸੀ। ਸ਼ਾਮੀ ਇੱਥੋਂ ਜਾਣਾ, ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸੇਵਾ ਕਰਨੀ, ਉੱਥੇ ਰਹਿਰਾਸ ਸਾਹਿਬ ਦਾ ਪਾਠ ਸੁਣਨਾ, ਫਿਰ ਦਰਬਾਰ ਸਾਹਿਬ ਆਉਣਾ, ਸੁੱਖ ਆਸਣ ਦੀ ਸੇਵਾ ਦਰਸ਼ਨ ਕਰਨੇ, ਫਿਰ ਰਾਤੀ 10-11 ਵਜੇ ਘਰ ਜਾਣਾ, 2 ਵਜੇ ਫਿਰ ਆ ਜਾਣਾ। ਹਰ ਰੋਜ਼ ਦੀ ਉਹਦੀ 18 ਘੰਟੇ 19 ਘੰਟੇ ਸੇਵਾ। ਉਹ ਤੋਂ ਨਾਲ ਦੀਆਂ ਮਾਈਆਂ ਨੇ ਪੁੱਛਿਆ, ਕਹਿੰਦੀ ਵੀ ਜੀ ਤੁਸੀਂ ਇੰਨੇ ਸਿਆਣੇ ਹੋ ਗਏ ਹੋ, ਇੰਨੀ ਸੇਵਾ ਕਰਦੇ ਹੋ, ਕੋਈ ਇੱਛਾ ਵੀ ਹੈ ਤੁਹਾਡੇ ਮਨ 'ਚ? ਤਾਂ ਉਹਨਾਂ ਮਾਈਆਂ ਨੂੰ ਉਹ ਕਹਿੰਦੀ, ਹਾਂ ਇੱਛਾ ਵੀ ਹੈ ਮੇਰੇ ਮਨ 'ਚ। ਕਹਿੰਦੇ ਕਾਹਦੇ ਵਾਸਤੇ? ਉਹ ਮਾਈ ਨੇ ਕਿਹਾ, ਕਹਿੰਦੀ ਜਦੋਂ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਆਹੀ ਆਈ, ਉਦੋਂ ਮੇਰੀ ਉਮਰ 19-20 ਸਾਲਾਂ ਦੀ ਹੋਣੀ। ਜਦੋਂ ਮੈਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨੇ ਫਿਰ ਸ਼ੁਰੂ ਕੀਤੇ, ਅੰਮ੍ਰਿਤਸਰ ਵਿਆਹੀ ਆਈ, ਮੈਂ ਪਹਿਲਾਂ ਸ਼ੁਕਰਾਨਾ ਕੀਤਾ, ਗੁਰੂ ਰਾਮਦਾਸ ਸਾਹਿਬ ਤੁਹਾਡੀ ਨਗਰੀ ਵਿੱਚ ਮੇਰਾ ਸੰਜੋਗ ਜੁੜਿਆ, ਕਿਰਪਾ ਕਰਿਓ ਮੈਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਿਓ। ਕਹਿੰਦੀ ਰੋਜ਼ ਆਉਣਾ, ਸੇਵਾ ਕਰਨੀ। ਮੇਰੇ ਘਰ ਵਾਲਾ ਫੜੀ ਲਾਉਂਦਾ ਸੀ, ਫੜੀ ਸਮਝਦੇ ਹੋ, ਰੇੜੀ ਲਾ ਕੇ ਸਮਾਨ ਵੇਚਣ ਦੀ। ਕਹਿੰਦੀ ਅਰਦਾਸ ਕੀਤੀ, ਕਿਰਾਏ ਦੇ ਕਮਰੇ 'ਚ ਰਹਿੰਦੇ ਸੀ ਅਸੀਂ, ਮੰਗਿਆ ਗੁਰੂ ਰਾਮਦਾਸ ਮਹਾਰਾਜ ਤੋਂ, ਸਤਿਗੁਰੂ ਆਪਣਾ ਘਰ ਦੇ ਦਿਓ ਰਹਿਣ ਲਈ, ਇੱਕ ਕਮਰੇ ਵਿੱਚ ਗੁਜ਼ਾਰਾ ਨਹੀਂ ਹੁੰਦਾ। ਕਹਿੰਦੀ ਉੱਥੇ ਮੇਰੇ 2 ਬੱਚਿਆਂ ਦਾ ਜਨਮ ਹੋਇਆ, ਪਰ 3-4 ਸਾਲਾਂ ਵਿੱਚ ਬਰਕਤ ਪੈ ਗਈ ਮੇਰੇ ਘਰ ਵਾਲੇ ਦੀ ਕਮਾਈ ਵਿੱਚ, ਮੇਰੇ ਸਰਦਾਰ ਦੀ ਕਮਾਈ ਨੂੰ ਬਰਕਤ ਪਈ, ਅਸੀਂ ਆਪਣਾ ਘਰ ਲੈ ਲਿਆ। ਗੁਰੂ ਰਾਮਦਾਸ ਸਾਹਿਬ ਨੇ ਘਰ ਵੀ ਵੱਡਾ ਦਿੱਤਾ, ਬੱਚੇ ਪੜ੍ਹਦੇ ਪੜ੍ਹਦੇ ਵੱਡੇ ਹੋ ਗਏ। ਕਦੋਂ ਬੱਚੇ ਪੜ੍ਹਾ ਲਏ ਪਤਾ ਨਾ ਲੱਗਾ, ਬੱਚੇ ਪੜ੍ਹ ਲਿਖ ਕੇ ਇੱਕ ਨੌਕਰੀ ਲੱਗ ਗਿਆ, ਇੱਕ ਬਾਹਰ ਚਲਾ ਗਿਆ। ਕਹਿੰਦੀ ਘਰ ਵੀ ਵਧੀਆ ਬਣ ਗਿਆ, ਕੋਠੀ, ਬੱਚੇ ਵੀ ਵਿਆਹ ਦਿੱਤੇ, ਹੁਣ ਪੋਤੇ ਪੋਤੀਆਂ ਵੀ ਹੋ ਗਏ। ਸਭ ਕੁਝ ਗੁਰੂ ਰਾਮਦਾਸ ਸਾਹਿਬ ਤੋਂ ਮੰਗਿਆ, ਸਭ ਕੁਝ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਮਿਲਿਆ। ਤੇ ਕਹਿੰਦੀ ਹੁਣ 7 ਕੁ ਸਾਲ ਹੋ ਗਏ ਨੇ, ਮੇਰੇ ਸਿਰ ਦਾ ਸਾਈਂ ਸਰਦਾਰ ਚੜ੍ਹਾਈ ਕਰ ਗਿਆ। 7 ਕੁ ਸਾਲ ਹੋ ਗਏ ਨੇ, ਮੇਰੇ ਸਿਰ ਦਾ ਸਾਈਂ ਸਰਦਾਰ ਚੜ੍ਹਾਈ ਕਰ ਗਿਆ। ਤੇ ਕਹਿੰਦੀ ਸਰਦਾਰ ਜੀ ਦੇ ਚੜ੍ਹਾਈ ਕਰਨ ਤੋਂ ਬਾਅਦ ਹੁਣ 7 ਕੁ ਸਾਲ ਹੋ ਗਏ, ਮੈਂ ਜਿਹੜੀ ਰੋਜ਼ ਸੇਵਾ ਕਰਦੀ, ਇੱਕੋ ਹੀ ਮੇਰੀ ਇੱਛਾ, ਇੱਕੋ ਹੀ ਮੰਗ ਹੈ। ਅੱਜ ਤੱਕ ਘਰ ਲਈ ਮੰਗਿਆ, ਘਰ ਵਾਲੇ ਲਈ ਮੰਗਿਆ, ਕਮਾਈ ਲਈ ਮੰਗਿਆ, ਪੁੱਤਾਂ ਲਈ ਮੰਗਿਆ, ਪੋਤਿਆਂ ਲਈ ਮੰਗਿਆ। ਕਹਿੰਦੀ ਹੁਣ 7 ਸਾਲਾਂ ਤੋਂ ਪਤਾ ਕੀ ਮੰਗ ਹੈ? ਇੱਕੋ ਹੀ ਮੰਗ, ਹੇ ਗੁਰੂ ਰਾਮਦਾਸ ਸਾਹਿਬ ਮੈਂ ਹਸਪਤਾਲ ਵਿੱਚ ਨਹੀਂ ਮਰਨਾ, ਹੇ ਗੁਰੂ ਰਾਮਦਾਸ ਮਹਾਰਾਜ ਮੈਂ ਘਰ ਵਿੱਚ ਵੀ ਨਹੀਂ ਮਰਨਾ, ਮੇਰੀ ਇੱਕੋ ਹੀ ਅਰਦਾਸ ਹੈ, ਮੇਰੀ ਸੇਵਾ ਕਰਿਓ ਚਰਨਾਂ 'ਚ ਪ੍ਰਵਾਨ। ਜਦੋਂ ਮੇਰੀ ਮੌਤ ਆਵੇ ਮੈਂ ਜਾਂ ਤੁਹਾਡੇ ਚਰਨਾਂ 'ਚ ਹੋਵਾਂ ਜਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ, ਮੈਂ ਘਰ ਨਹੀਂ ਮਰਨਾ, ਮੈਨੂੰ ਹਸਪਤਾਲ 'ਚ ਨਾ ਮੌਤ ਲਿਆਈ। ਕਹਿੰਦੀ ਕੋਈ ਅਰਦਾਸ ਹੈ। ਉਹ ਨਾਲ ਦੀਆਂ ਮਾਈਆਂ ਵੀ ਸੁਣ ਕੇ ਹੈਰਾਨ ਰਹਿ ਗਈਆਂ, ਸਾਧ ਸੰਗਤ। ਉਹ ਮਾਈ ਕਹਿੰਦੀ ਕੋਈ ਅਰਦਾਸ ਹੈ ਕਿ ਕਬੀਰ ਮੋਹਿ ਮਰਨੇ ਕਾ ਚਾਓ ਹੈ, ਮਰੂੰ ਤਾਂ ਹਰ ਕੈ ਦਵਾਰ, ਜੇ ਮਰਾਂ ਤਾਂ ਗੁਰੂ ਦੇ ਦਰ ਤੇ ਮਰਾਂ। ਇੱਕੋ ਹੀ ਅਰਦਾਸ ਹੈ, ਕਿਸੇ ਦਾ ਹੱਥ ਨਾ ਲੱਗੇ। ਗੁਰੂ ਰਾਮਦਾਸ ਮਹਾਰਾਜ ਮੈਂ ਕਿਸੇ ਹਸਪਤਾਲ ਜਾਂ ਘਰ ਨਹੀਂ ਮਰਨਾ। ਅਰਦਾਸ ਇੱਕੋ ਹੀ ਹੈ, ਬਾਰ ਪਰਾਇਆ ਵਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋਂ ਲੈ। ਤੇ ਸਾਧ ਸੰਗਤ ਦਾ 9 ਮਹੀਨੇ ਹੋਏ ਆ, 9-10 ਮਹੀਨੇ ਹੋ ਚੱਲੇ। ਉਹ ਮਾਈ ਦੀ ਫਿਰ ਉਹ ਅਰਦਾਸ ਵੇਖੋ। ਵੈਸੇ ਕਥਾ ਅਸੀਂ ਵੀ ਕਰਦੇ, ਤੁਸੀਂ ਵੀ ਸੁਣਦੇ ਰਹਿੰਦੇ ਹੋ।
ਇਹ ਗੱਲ ਸੱਚ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਕਿ ਲੇਖ ਨਾ ਮਿਟੇ ਹੈ ਸਖੀ ਜੋ ਲਿਖਿਆ ਕਰਤਾ। ਸਿਆਣੇ ਪੁਰਸ਼ ਕਹਿੰਦੇ ਨੇ, ਅਸੀਂ ਵੀ ਕਥਾ ਸੁਣਾਉਂਦੇ ਰਹਿੰਦੇ ਕਿ ਜਦੋਂ ਕਾਰਨ ਸਮਾਂ ਤੇ ਸਥਾਨ ਇਕੱਠੇ ਹੋ ਜਾਣ ਮੌਤ ਹੋ ਜਾਂਦੀ। ਜਿੱਥੇ ਰੱਬ ਨੇ ਲਿਖਿਆ ਹੋਇਆ ਉੱਥੇ ਹੁੰਦੀ ਹੈ। ਸਵਾਸ ਨਹੀਂ ਕੋਈ ਵਾਧਾ ਘਟਦਾ। ਪਰ ਸਾਧ ਸੰਗਤ ਇੱਕ ਗੱਲ ਹੋਰ ਹੈ, ਜਿਹੜੇ ਗੁਰੂ ਦੀ ਸੇਵਾ ਤੇ ਸਿਮਰਨ ਸ਼ਬਦ ਵਿੱਚ ਜੁੜ ਜਾਂਦੇ, ਜਿਹੜੇ ਗੁਰੂ ਦਾ ਕਿਹਾ ਮੰਨ ਲੈਂਦੇ, ਉਹ ਗੁਰੂ ਕੋਲੋਂ ਆਪਣਾ ਕਿਹਾ ਵੀ ਮਨਵਾ ਲੈਂਦੇ ਨੇ। ਗੁਰੂ ਨੇ ਬਚਨ ਕਿਹਾ, ਉਹ ਪਹਿਲਾਂ ਤੂੰ ਗੁਰੂ ਦੀ ਮੰਨ, ਫਿਰ ਗੁਰੂ ਤੇਰੀ ਵੀ ਮੰਨ ਲਏਗਾ। ਸਾਧ ਸੰਗਤ, ਜਿਨ੍ਹਾਂ ਦਾ ਪ੍ਰੇਮ ਗੁਰੂ ਨਾਲ ਬਣ ਗਿਆ, ਉਹਨੀ ਆਪਣੀ ਮਰਜ਼ੀ ਨਾਲ ਮੌਤ ਲਿਖਵਾ ਲਈ, ਮੈਂ ਇੱਥੇ ਮਰਨਾ, ਉੱਥੇ ਹੀ ਮੌਤ ਹੋਊਗੀ। ਫਿਰ ਉਹ ਮਰਜ਼ੀ ਨਾਲ ਲਿਖਵਾ ਲੈਂਦੇ। ਜਿਨ੍ਹਾਂ ਨੂੰ ਸ਼ੱਕ ਹੈ ਆ ਸਭ ਕੁਝ ਵਰਤਿਆ, ਤਾਈਓ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਕਹਿੰਦੇ ਨੇ, ਮੌਤ ਤੈਨੂੰ ਸਮਾਂ ਤੇ ਸਥਾਨ ਬਦਲਣਾ ਪਏਗਾ। ਮੈਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ, ਮੇਰਾ ਸੀਸ ਗੁਰੂ ਰਾਮਦਾਸ ਸਾਹਿਬ ਦੀ ਪਰਕਰਮਾ ਵਿੱਚ ਪਿੰਡ ਹੋਏਗਾ। ਸਾਧ ਸੰਗਤ ਤੋਂ ਮਾਈ ਨੂੰ 9-10 ਮਹੀਨੇ ਹੋਏ, ਦਰਬਾਰ ਸਾਹਿਬ ਸੇਵਾ ਕਰਦੀ ਰਹੇ, ਸਾਰਾ ਦਿਨ ਬਾਣੀ ਪੜ੍ਹਦੀ ਰਹੀ। ਜਦੋਂ ਸ਼ਾਮੀ 4 ਕੁ ਵਜੇ ਤਾਂ ਉਹ ਮਾਈ ਸ਼ਹੀਦਾਂ ਵਾਲੇ ਅਸਥਾਨ ਬਾਬਾ ਦੀਪ ਸਿੰਘ ਜੀ ਦੇ ਚਲੀ ਗਈ। ਉੱਥੇ ਜਾ ਕੇ ਉਹਨੇ ਪਾਠ ਕੀਤਾ। ਪਾਠ ਕਰਕੇ ਫਿਰ ਉਹ ਲਿਫਾਫਿਆਂ ਦੀ ਸੇਵਾ ਤੇ ਖਲੋ ਗਈ, ਜਿੱਥੇ ਨਿਸ਼ਾਨ ਸਾਹਿਬ ਕੋਲ ਲਿਫਾਫੇ ਵੰਡਦੇ, ਕੜਾ ਪ੍ਰਸ਼ਾਦ ਲਈ ਲਿਫਾਫੇ ਵੰਡਦੀ ਰਹੀ। ਉੱਥੇ ਸੇਵਾ ਕਰਦਿਆਂ ਕਰਦਿਆਂ ਉਹਨੂੰ ਥੋੜੀ ਜਿਹੀ ਘਬਰਾਹਟ ਹੋਈ, ਉਹ ਬਹਿ ਗਈ। ਰੋਜ਼ ਸੇਵਾ ਕਰਨ ਵਾਲਿਆਂ ਨੂੰ ਸੰਗਤ ਜਾਣਦੀ ਹੁੰਦੀ ਹੈ। ਆਲੇ ਦੁਆਲੇ ਸਰੀਰ ਇਕੱਠੇ ਹੋ ਗਏ। ਉਹ ਕਹਿੰਦੇ, ਮਾਈ ਕੀ ਹੋਇਆ? ਕੋਈ ਕਹਿੰਦਾ ਡਾਕਟਰ ਮੰਗਾਓ, ਉਹ ਕਹਿੰਦੀ ਕਿਸੇ ਨੂੰ ਨਹੀਂ, ਮੈਨੂੰ ਪਾਣੀ ਥੋੜਾ ਜਿਹਾ ਲਿਆ ਦਿਓ, ਜਲ ਛਕ। ਇੱਕ ਵਿੱਚੋਂ ਸੰਗਤ ਚੋਂ ਮਾਈ ਭੱਜ ਕੇ ਗਈ, ਉਹਨੇ ਜਲ ਲਿਆਂਦਾ। ਬਿਲਕੁਲ ਉੱਥੇ ਨਿਸ਼ਾਨ ਸਾਹਿਬ ਕੋ ਸੇਵਾ ਕਰਦਿਆਂ ਉਹਨੇ ਜਲ ਦੇ ਸਿਰਫ 2 ਘੁੱਟ ਭਰੇ ਤੇ ਬਸ ਏਦਾਂ ਕਹੀ ਗਈ, ਵਾਹਿਗੁਰੂ 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 ਵਾਹਿਗੁਰੂ। ਏਦਾਂ ਕਹਿੰਦਿਆਂ ਕਹਿੰਦਿਆਂ ਵੇਖਦਿਆਂ ਸਰੀਰ ਉੱਥੇ ਸਮਾਪਤ ਹੋ ਗਿਆ। ਸਾਧ ਸੰਗਤ, ਸੱਚਮੁੱਚ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਉਹਦੇ ਸਵਾਸ ਪੂਰੇ ਹੋਏ। ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਜੁੜ ਜਾਂਦਾ ਹੈ, ਪਹਿਲਾਂ ਸਿੱਖਾਂ ਤੋਂ ਗੁਰੂ ਦੀ ਮੰਨ, ਫਿਰ ਗੁਰੂ ਤੇਰੀ ਵੀ ਮੰਨ ਲਏਗਾ। ਜਿਹੜੇ ਗੁਰੂ ਦੀ ਮੰਨ ਲੈਂਦੇ ਨੇ, ਉਹ ਗੁਰੂ ਕੋਲੋਂ ਆਪਣੀ ਵੀ ਮਨਵਾ ਲੈਂਦੇ ਨੇ। ਪਰ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਰਾਲੀ। ਤੂੰ ਪਹਿਲਾਂ ਗੁਰੂ ਦੀ ਮੰਨ ਲਈ, ਫਿਰ ਜੋ ਤੂੰ ਗੁਰੂ ਨੂੰ ਕਹੇਂਗਾ ਨਾ, ਉਹ ਗੁਰੂ ਨੇ ਵੀ ਮੰਨ ਲੈਣੀ। ਕਿਤੇ ਲਿਖਿਆ ਹੋਇਆ? ਆਪਾਂ ਤਾਂ ਗੁਰੂ ਦੀ ਹੌਲੀ ਹੌਲੀ ਮੰਨਦੇ ਨਾ, ਗੱਲ ਹੌਲੀ ਹੌਲੀ। ਅੱਜ ਸੁਣੀ ਹੈ, ਅਸਰ ਪਤਾ ਨਹੀਂ ਕਦੋਂ ਹੋਣਾ। ਗੁਰੂ ਦੀ ਕਿਰਪਾ ਨਜ਼ਰ ਹੋਵੇ, ਆਪਾਂ ਸੁਣੀ ਹੈ, ਅਸਰ ਹੌਲੀ ਹੌਲੀ ਚੀਜ਼ ਛੱਡਦਾ। ਇੱਕ ਸੱਜਣ ਨੂੰ ਮੈਂ ਕਿਤੇ ਸਾਲ ਕੁ ਪਹਿਲਾਂ ਉਹਨਾਂ ਦੇ ਘਰ ਗਏ ਤਾਂ ਉਹਨੂੰ ਮੈਂ ਕਿਹਾ, ਸਰਦਾਰ ਜੀ ਹੁਣ ਤਾਂ ਬੱਚੇ ਵਿਆਹੇ ਗਏ ਆ, ਸੁੱਖ ਨਾਲ ਦੋਵੇਂ ਲੜਕੇ ਵਿਆਹ ਤੇ ਪੋਤਾ ਵੀ ਹੋ ਗਿਆ, ਹੁਣ ਕੀ ਚਾਹੁੰਦੇ ਹੋ? ਕਹਿੰਦਾ, ਕੀ ਗੱਲ ਭਾਈ ਸਾਹਿਬ? ਮੈਂ ਕਿਹਾ ਵੀ ਹੁਣ ਅੰਮ੍ਰਿਤ ਛਕ ਲਓ, ਆ ਜਿਹੜੀ ਦਾੜੀ ਕਾਲੀ ਕਰਦੇ ਹੋ ਇਹਨੂੰ ਛੱਡ ਦਿਓ, ਕਾਲੀ ਕਰਨੀ ਇਹਨੇ ਇੱਕ ਦਿਨ ਚਿੱਟੀ ਹੋਣਾ ਹੀ ਹੋਣਾ। ਅੰਦਰੋਂ ਮਨ ਤਾਂ ਕਾਲਾ, ਉਹ ਸਾਫ਼ ਨਹੀਂ ਹੁੰਦਾ, ਬਾਹਰੋਂ ਆਪਾਂ ਕਿਉਂ ਅਜੇ ਕਾਲੇ ਕਰੀ ਜਾਂਦੇ? ਅਰਦਾਸ ਕਰੋ ਆ ਦਾੜੀ ਸੁੱਚੀ ਹੋ ਜਾਏ, ਚਿੱਟੀ ਹੋ ਜਾਏ, ਗੁਰੂ ਅੰਦਰੋਂ ਵੀ ਸੁੱਚੇ ਕਰੇ। ਸਾਧ ਸੰਗਤ ਉਹਨੇ ਗੱਲ ਤਾਂ ਸੁਣ ਲਈ। ਸਾਡਾ ਤਾਂ ਕਹਿਣਾ ਫਰਜ਼ ਹੁੰਦਾ, ਗੁਰੂ ਕਹਾਉਂਦਾ ਸਾਨੂੰ ਕੋਈ ਇਹ ਨਹੀਂ ਵੀ ਅਸੀਂ ਗਿਣਤੀ ਵਧਾਉਣੀ। ਮੈਨੂੰ ਤਾਂ ਉਹ ਗੱਲ ਭੁੱਲ ਵੀ ਗਈ ਕਿ ਕਿਹਾ ਸੀ। ਤਾਂ ਸਾਲ ਕੁ ਬਾਅਦ ਹੁਣ ਉਹਦਾ ਫੋਨ ਆਇਆ, ਕਹਿੰਦਾ ਭਾਈ ਸਾਹਿਬ ਜੀ ਵਧਾਈਆਂ ਹੋਣ। ਮੈਂ ਕਿਹਾ ਜੀ ਤੁਹਾਨੂੰ ਵੀ ਕਾਹਦੀਆਂ? ਕਹਿੰਦਾ ਸੀ ਦੋਵਾਂ ਜੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕ ਲਿਆ। ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਕਿਹਾ ਜੀ ਬਹੁਤ ਖੁਸ਼ੀ। ਤਾਂ ਅਸੀਂ ਉੱਥੇ ਕਥਾ ਕਰਨ ਗਏ, ਬਠਿੰਡੇ ਉਹਨਾਂ ਚਲੇ ਗਏ ਤੇ ਸਾਧ ਸੰਗਤ ਉਹ ਕਹਿੰਦਾ, ਭਾਈ ਸਾਹਿਬ ਤੁਹਾਨੂੰ ਯਾਦ ਹੈ ਤੁਸੀਂ 1 ਸਾਲ ਪਹਿਲਾਂ ਕਹਿ ਕੇ ਗਏ ਸੀ? ਮੈਂ ਕਿਹਾ ਮੈਨੂੰ ਨਹੀਂ ਯਾਦ। ਕਹਿੰਦਾ ਤੁਸੀਂ ਕਿਹਾ ਸੀ ਅੰਮ੍ਰਿਤ ਛਕਣ ਲਈ ਨਹੀਂ, ਤੁਸੀਂ ਕਹਿੰਦਾ ਇਹ ਕਿਹਾ ਸੀ ਵੀ ਦਾੜੀ ਨਾ ਕਾਲੀ ਕਰਿਆ ਕਰੋ, ਛੱਡ ਦੋ ਹੁਣ ਭਾਈ ਸਾਹਿਬ, ਹੁਣ ਤੁਹਾਡੇ ਬੱਚੇ ਵਿਆਹ ਗਏ, ਪੋਤੇ ਹੋ ਗਏ, ਹੁਣ ਕੀ ਵਿਖਾਉਣਾ? ਉਹ ਕਹਿੰਦਾ ਮੈਂ ਤੁਹਾਡੀ ਗੱਲ ਮੰਨੀ ਨਹੀਂ, ਜਦੋਂ ਦਾੜੀ ਕਾਲੀ ਕਰਨ ਲਈ ਬਹਿੰਦਾ ਸੀ ਤੁਹਾਡੀ ਗੱਲ ਮੇਰੇ ਸਾਹਮਣੇ ਆ ਜਾਂਦੀ ਸੀ। ਕਈ ਵਾਰ ਮੈਂ ਛੱਡ ਦੇਣੀ, ਫਿਰ ਕਿਤੇ ਪਾਰਟੀ ਤੇ ਜਾਣਾ, ਫਿਰ ਕਰਨਾ, ਏਦਾਂ ਕਹਿੰਦਾ ਸਾਲ ਲੰਘ ਗਿਆ। ਹੁਣ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਬਖਸ਼ਿਸ਼ ਕੀਤੀ, ਜੋ ਤੁਸੀਂ ਕਹਿ ਕੇ ਗਏ ਉਹ ਗੱਲ ਵਾਰ-ਵਾਰ ਜਦੋਂ ਦਾੜੀ ਕਾਲੀ ਕਰਨੀ ਚੇਤੇ ਆ ਜਾਣੀ, ਜਦੋਂ ਦਾੜੀ ਨੂੰ ਕਾਲ ਕਲਾਉਣੀ ਚੇਤੇ ਆ ਜਾਣਾ। ਕਹਿੰਦਾ ਹੁਣ ਗੁਰੂ ਨੇ ਪੱਕਾ ਹੀ ਛਡਾਤਾ,
3-4 ਕੁ ਮਹੀਨੇ ਤਾਂ ਰੱਖੀ ਐ ਰਹਿਤ, ਹੁਣ ਅਸੀਂ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕ ਲਿਆ। ਸਾਧ ਸੰਗਤ ਅਸੀਂ ਤਾਂ ਗੁਰੂ ਦੀ ਗੱਲ ਮੰਨਦੇ ਹੌਲੀ ਹੌਲੀ, ਕਿਉਂਕਿ ਆਪਾਂ ਇਨਸਾਨ ਹੈ। ਯਕਦਮ ਤੁਸੀਂ ਫੈਸਲਾ ਲੈਣ ਵਿੱਚ ਵੀ ਕੋਈ ਵਿਰਲਾ ਹੈ ਜਿਹੜਾ ਯਕਲਗਤ ਫੈਸਲਾ ਲੈਂਦਾ। ਅਰਦਾਸ ਕਰਿਓ ਅਸੀਂ ਗੁਰੂ ਦੀ ਮੰਨ ਲਈਏ, ਪਰ ਜਦੋਂ ਤੁਸੀਂ ਗੁਰੂ ਦੀ ਮੰਨ ਲਓਗੇ ਉਸ ਦਿਨ ਤੋਂ ਬਾਅਦ ਸਿੱਖਾ ਚੇਤੇ ਰੱਖੀ, ਜੋ ਤੂੰ ਗੁਰੂ ਨੂੰ ਕਹੇਗਾ ਗੁਰੂ ਦੇਰੀ ਨਹੀਂ ਲਾਏਗਾ। ਗੁਰੂ ਤਤਕਾਲ ਮੰਨਦਾ, ਤਤਕਾਲ ਸਮਝਦੇ ਹੋ? ਆ ਹੁਣ ਗਵਰਨਮੈਂਟ ਨੇ ਸੇਵਾ ਸ਼ੁਰੂ ਕੀਤੀ ਹੈ, ਤਤਕਾਲ ਟ੍ਰੇਨ ਦੀਆਂ ਟਿਕਟਾਂ, ਪਲੇਨ ਦੀਆਂ ਟਿਕਟਾਂ, ਤਤਕਾਲ ਪਾਸਪੋਰਟ। ਕਿਸੇ ਨੂੰ ਚਾਹੀਦਾ ਤਾਂ ਤੁਸੀਂ ਡਬਲ ਫੀਸ ਭਰਦੇ ਹੋ, ਤਤਕਾਲ 24 ਘੰਟਿਆਂ ਵਿੱਚ ਬਣ ਕੇ ਪਾਸਪੋਰਟ ਆ ਜਾਂਦਾ। ਤਤਕਾਲ ਪਾਸਪੋਰਟ ਸੇਵਾ। ਸਾਧ ਸੰਗਤ ਇਹ ਤੇ ਗਵਰਨਮੈਂਟ ਨੇ ਹੁਣ ਸ਼ੁਰੂ ਕੀਤੀ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਾਣੀ ਪੜੋ, ਗੁਰੂ ਨੇ ਤਾਂ ਇੰਨੇ 100 ਸਾਲ ਪਹਿਲਾਂ ਸਿੱਖ ਲਈ ਸ਼ੁਰੂ ਕਰਤੀ ਤਤਕਾਲ ਸੇਵਾ। ਪਹਿਲਾਂ ਤੂੰ ਸਿੱਖਾ ਗੁਰੂ ਦੀ ਮੰਨ, ਫਿਰ ਜੋ ਤੂੰ ਗੁਰੂ ਨੂੰ ਕਹੇਗਾ ਗੁਰੂ ਤਤਕਾਲ ਮੰਨੇਗਾ। ਕਿਤੇ ਲਿਖਿਆ ਹੋਇਆ ਹਜ਼ੂਰ ਨੇ ਕਿਹਾ ਸੇਵਕ ਕੋ, ਪੜੋ ਸਾਰੇ, ਨਿਕਟੀ ਹੋਏ ਦਿਖਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੇ। ਜੋ ਜੋ ਕਹੇ, ਜੋ ਜੋ ਕਹੇ, ਇਹ ਨਹੀਂ ਵਿਆਹ ਨਹੀਂ ਮੰਨਣੀ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਤਤਕਾਲ ਗੁਰੂ ਕਰਕੇ ਦਿਖਾ ਦੇਗਾ। ਜੋ ਤੂੰ ਗੁਰੂ ਨੂੰ ਕਹੇ ਗੁਰੂ ਤਤਕਾਲ ਕਰਨ ਦੀ ਸਮਰੱਥਾ ਰੱਖਦਾ, ਪਰ ਸ਼ਰਤ ਹੈ ਤੂੰ ਗੁਰੂ ਦੀ ਮੰਨ। ਜਦੋਂ ਗੁਰੂ ਅੱਗੇ ਅਰਦਾਸ ਕਰੂੰ ਉਹ ਤਤਕਾਲ ਮੰਨਦਾ ਹੈ। ਗੁਰੂ ਸੇਵਕ ਦੇ ਕਾਰਜ ਆਪ ਸਵਾਰਨ ਲੱਗ ਪੈਂਦਾ ਹੈ। ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ 27-28 ਵਰੇ ਗੁਜ਼ਰ ਗਏ। ਸੁਲਤਾਨਪੁਰ ਜਿੱਥੇ ਗੁਰਦੁਆਰਾ ਹੱਟ ਸਾਹਿਬ ਆ, ਉੱਥੇ ਬੈਠਿਆਂ ਭਾਈ ਮਰਦਾਨੇ ਨੂੰ ਤਲਵੰਡੀ ਤੋਂ ਸੁਨੇਹਾ ਆਇਆ ਵੀ ਤੇਰੀ ਲੜਕੀ ਵਾਸਤੇ, ਬੱਚੀ ਵਾਸਤੇ ਸਾਕ ਆਉਂਦਾ, ਸਾਕ ਰਿਸ਼ਤਾ। ਉਹ ਤਲਵੰਡੀ ਚਲੇ ਗਏ। ਜਦੋਂ ਤਲਵੰਡੀ ਗਏ ਉਹ ਸਾਕ ਚੰਗਾ ਸੀ, ਬਰਾਦਰੀ ਵਿੱਚੋਂ ਰਿਸ਼ਤਾ ਕਰ ਦਿੱਤਾ। ਉਹਨਾਂ ਵਿਆਹ ਵਾਸਤੇ 5-7 ਮਹੀਨੇ ਪਾ ਦਿੱਤੇ। ਫੱਗਣ ਦੀ ਪੁੰਨਿਆ ਰੱਖ ਦਿੱਤੀ, ਵਿਆਹ ਦਾ ਦਿਨ ਨਿਸ਼ਚਿਤ ਕਰਤਾ। ਸਾਧ ਸੰਗਤ ਭਾਈ ਮਰਦਾਨਾ ਵਾਪਸ ਆ ਗਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸੁਲਤਾਨਪੁਰ। ਆ ਕੇ ਕਹਿੰਦੇ ਮਹਾਰਾਜ ਬੱਚੀ ਦਾ ਰਿਸ਼ਤਾ ਹੋ ਗਿਆ ਤੇ ਫੱਗਣ ਦਾ ਪੁੰਨਿਆ ਵਿਆਹ ਰੱਖਤਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਖੁਸ਼ ਹੋ ਕੇ ਕਹਿੰਦੇ ਬਹੁਤ ਖੁਸ਼ੀ ਆ ਭਾਈ ਮਰਦਾਨੇ, ਬਹੁਤ ਖੁਸ਼ੀ ਹੋਈ। ਭਾਈ ਮਰਦਾਨਾ ਕਹਿੰਦਾ ਮਹਾਰਾਜ ਤੁਹਾਨੂੰ ਖੁਸ਼ੀ ਹੋਈ ਹੋਏਗੀ, ਮੈਨੂੰ ਕਾਹਦੀ ਹੈ? ਸਤਿਗੁਰਾਂ ਕਿਹਾ ਕੀ ਹੋਇਆ? ਕਹਿੰਦਾ ਮਹਾਰਾਜ ਜਦੋਂ ਦਾ ਤੁਹਾਡੇ ਨਾਲ ਤੁਰਿਆ 1 ਪੈਸਾ ਨਹੀਂ ਕਮਾਇਆ। ਮੈਂ ਕਿਹੜਾ ਘਰ ਕੋਈ ਕਮਾਈ ਕਰਕੇ ਦਿੱਤੀ? ਜੋ ਮਾੜਾ ਮੋਟਾ ਘਰ ਜਾਣ ਲੱਗਿਆ ਨੂੰ ਦਿੰਦੇ ਉਹ ਘਰ ਖਰਚਾ ਹੋ ਜਾਂਦਾ ਹੈ। ਪਾਤਸ਼ਾਹ ਪੈਸਾ ਇੱਕ ਨਹੀਂ, ਵਿਆਹ ਰੱਖ ਦਿੱਤਾ ਹੈ। ਲੋਕੀ ਬਰਾਦਰੀ ਵਾਲੇ ਗੱਲਾਂ ਕਰਦੇ ਨੇ, ਤੁਸੀਂ ਕਹਿੰਦੇ ਹੋ ਖੁਸ਼ੀ ਹੋਈ, ਮੈਨੂੰ ਕਾਹਦੀ ਖੁਸ਼ੀ ਹੈ? ਮਹਾਰਾਜ ਵਿਆਹ ਕਿਵੇਂ ਕਰਾਂਗੇ? ਦੇਖੋ ਸੇਵਕ ਦੇ ਕਾਰਜ ਕਿਵੇਂ ਗੁਰੂ ਸਵਾਰਦਾ ਹੈ, ਕੋਈ ਭਰੋਸਾ ਰੱਖ ਕੇ ਵੇਖ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਮਰਦਾਨੇ ਉਹ ਬੱਚੀ ਤੇਰੀ ਨਹੀਂ, ਉਹ ਸਾਡੀ ਵੀ ਬੱਚੀ ਹੈ। ਮਰਦਾਨਿਆ ਫਿਰ ਕੀ ਹੋਇਆ? ਚਿੰਤਾ ਨਾ ਕਰ, ਤੇਰੀ ਬੱਚੀ ਦਾ ਵਿਆਹ ਹੋਣਾ, ਤੇਰੀ ਬੱਚੀ ਦਾ ਕਾਰਜ ਹੋਣਾ। ਤੇ ਮਰਦਾਨਿਆਂ ਲੋਕ ਵੇਖਣਗੇ ਭਾਈ ਮਰਦਾਨੇ ਦੀ ਬੱਚੀ ਦਾ ਕਾਰਜ ਹੋਇਆ, ਜਿਵੇਂ ਰਾਜਿਆਂ ਦੀਆਂ ਧੀਆਂ ਵਿਆਹੀਆਂ ਜਾਂਦੀਆਂ ਏਦਾਂ ਤੇਰੀ ਧੀ ਦਾ ਵਿਆਹ ਹੋਇਆ। ਭਾਈ ਮਰਦਾਨਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੋ ਤੁਸੀਂ ਕਹਿੰਦੇ ਹੋ ਸੱਚ ਆ, ਪਰ ਮਹਾਰਾਜ ਐਡੀ ਵੱਡੀ ਨਾ ਗੱਲ ਕਹੋ, ਗਰੀਬ ਬੰਦਾ ਸਾਡੀ ਬਰਾਦਰੀ, ਰਾਜਿਆਂ ਵਾਂਗ ਵਿਆਹ ਕਿਵੇਂ ਹੋਣਾ? 1 ਪੈਸਾ ਨਹੀਂ ਕੋਲ ਮਹਾਰਾਜ। ਸਤਿਗੁਰੂ ਕਹਿੰਦੇ ਚਿੰਤਾ ਛੱਡ। ਸਾਧ ਸੰਗਤ ਤੋਂ ਚਿੰਤਾ ਛੱਡ ਕੇ ਵਾਕਿਆ ਸੇਵਾ ਕਰਦਾ ਰਿਹਾ। ਵਕਤ ਆਇਆ ਵਿਆਹ ਤੋਂ 1-1.5 ਮਹੀਨਾ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੇਵਕ ਬਣ ਗਏ ਮਲਸੀਆਂ ਦਾ ਚੌਧਰੀ ਭਾਈ ਭਗੀਰਥ। ਮਲਸੀਆਂ ਦਾ ਚੌਧਰੀ ਭਾਈ ਭਗੀਰਥ। ਭਗੀਰਥ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਤੂੰ ਚੌਧਰੀ ਹੈ, ਤੈਨੂੰ ਪਤਾ ਹੈ, ਲੈ ਫਿਰ ਸਾਡਾ ਇੱਕ ਕੰਮ ਕਰ, ਭਾਈ ਮਰਦਾਨੇ ਨੂੰ ਨਾਲ ਲੈ ਜਾਓ, ਲਾਹੌਰ ਜਾਓ। ਉੱਥੇ ਇੱਕ ਸਭ ਤੋਂ ਵੱਡਾ ਸੇਠ ਰਹਿੰਦਾ, ਸੇਠ ਮਨਸੁਖ। ਉਹਦੇ ਕੋਲੋਂ ਵੱਡੇ ਵੱਡੇ ਸ਼ਾਹੂਕਾਰ ਰਾਜੇ ਜਿਹੜੇ ਨੇ ਉਹ ਆਪਣੀਆਂ ਧੀਆਂ ਬੱਚੀਆਂ ਦੇ ਵਿਆਹ ਵਾਸਤੇ ਹੱਥੀ ਦੰਦ ਦਾ ਚੂੜਾ ਬਣਵਾਉਂਦੇ ਨੇ, ਉਹ ਵਿੱਚ ਮੋਤੀਆਂ ਦੇ ਨਗ ਜੜਦਾ। ਰਾਜਿਆਂ ਦੀਆਂ ਧੀਆਂ ਵਾਸਤੇ ਉਹ ਚੂੜੇ ਤਿਆਰ ਕਰਦਾ। ਜਾਓ ਭਾਈ ਭਗੀਰਥ, ਭਾਈ ਮਰਦਾਨੇ ਨੂੰ ਲੈ ਜਾਓ।
ਮਨ ਸੁਖ ਦੇ ਕੋਲੋਂ ਭਾਈ ਮਰਦਾਨੇ ਦੀ ਬੱਚੀ ਵਾਸਤੇ ਉਹ ਚੂੜਾ ਲੈ ਕੇ ਆਓ। ਨਾਲੇ ਆਹ ਲੋ ਮਾਇਆ, ਜਿੰਨਾ ਸਾਜੋ ਸਮਾਨ ਚਾਹੀਦਾ ਸਭ ਕੁਝ ਲਾਹੌਰ ਦੇ ਬਾਜ਼ਾਰ ਚੋਂ ਖਰੀਦ ਕੇ ਲਿਆਉਣਾ। ਤਲਵੰਡੀ ਵਿਆਹ ਹੋਵੇ, ਉਹ ਲੋਕ ਵੇਖਣ ਭਾਈ ਮਰਦਾਨੇ ਦੀ ਬੱਚੀ ਦਾ ਵਿਆਹ ਹੈ। ਸਾਧ ਸੰਗਤ ਮਰਦਾਨੇ ਦੀਆਂ ਅੱਖਾਂ ਭਰ ਗਈਆਂ। ਕਹਿੰਦਾ ਮਹਾਰਾਜ, ਜਿਹੜਾ ਰਾਜਿਆਂ ਦੀਆਂ ਬੱਚੀਆਂ ਨੂੰ ਚੂੜਾ ਪਹਿਨਾਇਆ ਜਾਂਦਾ, ਮਹਾਰਾਜ ਉਹ ਮੇਰੀ ਧੀ ਨੂੰ ਪਹਿਨਾਉਣਾ? ਕਹਿੰਦੇ ਹਾਂ ਮਰਦਾਨੇ, ਤੈਨੂੰ ਕਿਹਾ ਸੀ ਨਾ, ਰਾਜਿਆਂ ਦੀਆਂ ਧੀਆਂ ਦੀ ਤਰ੍ਹਾਂ ਵਿਆਹ ਹੋਣਾ ਤੇਰੀ ਧੀ ਦਾ। ਜਦੋਂ ਤੋਰਿਆ ਨਾ, ਪਾਤਸ਼ਾਹ ਨੇ ਇੱਕ ਗੱਲ ਹੋਰ ਕਹੀ। ਕਹਿੰਦੇ ਭਗੀਰਥ, ਜਿਹੜੇ ਸੇਠ ਕੋਲੋਂ ਚੂੜਾ ਲਿਆਉਣਾ ਨਾ, ਉਹਦੇ ਨਾਲ ਮੁੱਲ ਨਹੀਂ ਕਰਨਾ ਕਿ ਇੰਨੇ ਪੈਸੇ ਘੱਟ ਕਰ ਲੈ, ਇੰਨੇ ਕਰ ਲੈ। ਜਿੰਨੇ ਉਹ ਮੰਗੇ ਉਹਨੂੰ ਮੂੰਹ ਮੰਗੇ ਦੇਣੇ। ਜਿੰਨੇ ਪੈਸੇ ਮੰਗ ਲੈ ਉਨੇ ਹੀ ਦੇ ਦੇਈ, ਉਹਦੇ ਨਾਲ ਮੁੱਲ ਨਾ ਕਰੀ। ਪਰ ਇੱਕ ਸ਼ਰਤ ਹੈ, ਉੱਥੇ ਰਾਤ ਨਹੀਂ ਰਹਿਣਾ। ਉਹਦੇ ਕੋਲ ਸਾਜੋ ਸਮਾਨ ਲੈ ਕੇ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਮੁੜਨਾ। ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਕਿਉਂਕਿ ਦੇਰ ਤਾਂ ਲੱਗੇਗੀ ਨਾ ਜੇ ਸੌਦਾ ਕਰੋ। ਇੱਕ ਸੂਟ ਲੈਣਾ ਹੁੰਦਾ 7 ਦੁਕਾਨਾਂ ਤੇ ਘੁੰਮਦੇ ਨੇ, ਤਾਂ ਫਿਰ ਟਾਈਮ ਖਰਾਬ ਹੁੰਦਾ। ਮਹਾਰਾਜ ਨੇ ਕਿਹਾ ਮੋੜ ਆਉਣਾ, ਚਲੇ ਗਏ। ਸੇਠ ਮਨਸੁਖ ਦੇ ਕੋਲੋਂ ਮੰਗਿਆ ਵੇ ਆਹ ਚੂੜਾ ਚਾਹੀਦਾ। ਉਹ ਕਹਿੰਦਾ ਜੀ ਬਣਿਆ ਤਾਂ ਹੋਇਆ, ਪਰ ਅਲੀ ਵੇਗ ਦੇ ਸ਼ਾਹੂਕਾਰ ਰਾਜੇ ਦੀ ਇੱਕ ਲੜਕੀ ਦਾ ਵਿਆਹ ਹੈ, ਉਹਦੇ ਵਾਸਤੇ ਬਣਿਆ ਹੋਇਆ। ਉਹਨਾਂ ਦੇ ਅਗਲੇ ਮਹੀਨੇ ਵਿਆਹ ਆ। ਭਾਈ ਭਗੀਰਥ ਨੇ ਕਿਹਾ ਪੈਸੇ ਜਿੰਨੇ ਮਰਜ਼ੀ ਲੈ ਲਾ, ਸਾਨੂੰ ਉਹ ਚਾਹੀਦਾ। ਉਹ ਕਹਿੰਦਾ 2-4 ਦਿਨ ਰੁਕ ਜਾਓ, ਤੁਹਾਡਾ ਬਣਾ ਦਾਂਗੇ। ਕਹਿੰਦੇ ਨਹੀਂ। ਜਦੋਂ ਸੇਠ ਮਨਸੁਖ ਨੇ ਸੋਚਿਆ ਪੈਸੇ ਖੁੱਲੇ ਮਿਲਦੇ ਨੇ, ਸੇਠ ਮਨਸੁਖ ਨੇ ਮੂੰਹ ਮੰਗੇ ਪੈਸੇ ਮੰਗ ਲਏ। ਭਾਈ ਭਗੀਰਥ ਨੇ ਪੈਸੇ ਮੋਹਰੇ ਰੱਖ ਦਿੱਤੇ। ਮੋਹਰਾਂ ਸੋਨੇ ਦੀਆਂ ਪੈਸੇ ਲੈ ਕੇ ਚੂੜਾ ਦੇ ਦਿੱਤਾ, ਸਾਜੋ ਸਮਾਨ ਦੇ ਦਿੱਤਾ। ਹੁਣ ਉਹ ਭਾਈ ਭਗੀਰਥ ਨੇ ਕਿਹਾ ਸੇਠ ਜੀ, ਅਸੀਂ ਮੁੱਲ ਪਤਾ ਕਿਉਂ ਨਹੀਂ ਕੀਤਾ ਤੁਹਾਡੇ ਨਾਲ? ਸਾਡੇ ਗੁਰੂ ਦਾ ਹੁਕਮ ਹੈ ਮੁੱਲ ਨਹੀਂ ਕਰਨਾ, ਜਿੰਨੇ ਦਾ ਦਵੇ ਉਹਨੇ ਦਾ ਲੈ। ਅਸੀਂ ਰਾਤ ਨਹੀਂ ਰਹਿਣਾ, ਸਾਜੋ ਸਮਾਨ ਲੈ ਕੇ ਵਾਪਸ ਮੁੜਨਾ। ਉਹ ਮਨਸੁਖ ਦੇ ਮਨ ਵਿੱਚ ਗੱਲ ਚਲੀ ਗਈ। ਉਹਨੇ ਜਾ ਕੇ ਸਾਧ ਸੰਗਤ ਮਗਰ ਜਾ ਕੇ ਭਾਈ ਭਗੀਰਥ ਤੇ ਮਰਦਾਨੇ ਨੂੰ ਪੁੱਛਿਆ, ਕਹਿੰਦਾ ਤੁਹਾਡਾ ਗੁਰੂ ਕੌਣ ਹੈ? ਜਿਹਨੇ ਕਿਹਾ ਮੁੱਲ ਨਾ ਕਰਿਓ, ਏਦਾਂ ਹੀ ਲਿਆਓ ਚੀਜ਼। ਉਹ ਕਹਿੰਦੇ ਸਾਡਾ ਗੁਰੂ ਹੈ ਧੰਨ ਗੁਰੂ ਨਾਨਕ ਸਾਹਿਬ। ਆਵਾਜ਼ ਸੁਣਦਿਆਂ ਸਾਰ ਉਹਦੇ ਅੰਦਰ ਚਰਨਾਹਟ ਛਿੜ ਗਈ ਤੇ ਸਾਧ ਸੰਗਤ ਮਨਸੁਖ ਦੇ ਅੰਦਰ ਜਾਗ ਲੱਗ ਗਿਆ। ਸਿੱਖ ਦੀ, ਗੁਰਸਿੱਖ ਦੀ ਸੰਗਤ ਦਾ ਦੂਜੇ ਨੂੰ ਜਾਗ ਲੱਗਦਾ। ਇਹ ਸਿੱਖੀ ਦਾ ਜਾਗ ਇੱਕ ਦੂਜੇ ਸਰੀਰਾਂ ਤੋਂ ਪ੍ਰੇਮ ਲੱਗਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤਾਂ ਸਾਧ ਸੰਗਤ ਕਰਨ ਵਾਸਤੇ ਗੁਰੂ ਨੇ ਕਿਹਾ, ਨਹੀਂ ਤਾਂ ਘਰ ਬੈਠੇ ਨਾ ਤੁਸੀਂ ਸੁਣੀ ਜਾਓ ਨੈਟ ਤੋਂ। ਕਈ ਨੈਟ ਤੋਂ ਸੁਣ ਸੁਣ ਕੇ ਮੇਰੇ ਵਾਂਗ ਬਣੇ ਹੋਏ। ਸਾਧ ਸੰਗਤ, ਸੰਗਤ ਦੀ ਲੋੜ ਹੈ। ਇੱਥੇ ਪਤਾ ਨਹੀਂ ਕਿਹੜੇ ਸਰੀਰ ਦਾ ਕਿੰਨਾ ਸਿਮਰਨ ਹੈ। ਤੁਹਾਡਾ ਨਿਤਨੇਮ ਪੂਰਾ ਨਹੀਂ, ਦੂਜਾ ਸ਼ਾਇਦ ਸੁਖਮਨੀ ਸਾਹਿਬ ਵੀ ਨਾਲ ਪੜ ਕੇ ਬੈਠਾ ਹੋਵੇ, ਉਹਦਾ ਅਸਰ ਪ੍ਰਭਾਵ ਪੈਣਾ। ਐਸਾ ਅਸਰ ਹੋਇਆ। ਮਨਸੁਖ ਸਭ ਕੁਝ ਛੱਡ ਕੇ ਇੱਕ ਦਿਨ ਸੁਲਤਾਨਪੁਰ ਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਾਤਸ਼ਾਹ ਨੇ ਵਿੰਦਿਆਂ ਸਾਰ ਕਿਹਾ, ਨਾਮ ਕੀ ਹੈ? ਕਹਿੰਦਾ ਜੀ ਮਨਸੁਖ। ਕਹਿੰਦੇ ਕਦੇ ਮਨ ਦਾ ਸੁੱਖ ਵੀ ਮਾਣਿਆ ਕਿ ਉਦਾਂ ਹੀ ਨਾਮ ਰੱਖਿਆ ਹੋਇਆ? ਬਸ ਨਦਰ ਪੈਣ ਦੀ ਦੇਰ ਸੀ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਦਰਸ਼ਨ ਦੇਖਤ ਹੋਏ ਨਿਹਾਲ। ਚਰਨਾਂ ਦਾ ਹੀ ਹੋ ਕੇ ਰਹਿ ਗਿਆ। ਉਹਦੇ ਕੋਲੋਂ ਫਿਰ ਮਹਾਰਾਜ ਨੇ ਸ਼੍ਰੀ ਲੰਕਾ ਤੱਕ ਸੇਵਾ ਲਈ। ਮਨਸੁਖ ਭਾਈ ਮਰਦਾਨੇ ਦੀ ਲੜਕੀ ਦਾ ਵਿਆਹ ਹੋਇਆ। ਹਾਥੀ ਦੰਦ ਦਾ ਮੋਤੀਆਂ ਦਾ ਚੂੜਾ ਉਹਦੀ ਬੱਚੀ ਨੂੰ ਪਾਇਆ ਗਿਆ। ਸਾਜੋ ਸਮਾਨ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਜਾ ਮਰਦਾਨੇ ਕਾਰਜ ਕਰੋ, ਵਿਆਹ ਤੇ ਅਸੀਂ ਵੀ ਆਵਾਂਗੇ। ਜਿੱਦਣ ਡੋਲੀ ਤੋਰੀ ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਆਪਣੇ ਹੱਥੀ ਭਾਈ ਮਰਦਾਨੇ ਦੀ ਬੱਚੀ ਦੀ ਡੋਲੀ ਤੋਰੀ। ਵਿਆਹ ਹੋਇਆ। ਬਰਾਦਰੀ ਤੇ ਤਲਵੰਡੀ ਦੇ ਲੋਕ ਵੇਖਦੇ ਰਹਿ ਗਏ। ਸਭ ਕਹਿੰਦੇ ਸੀ, ਉਹ ਜਿਹੜੇ ਕਹਿੰਦੇ ਮਰਦਾਨਾ ਗੁਰੂ ਨਾਨਕ ਨਾਲ ਰਹਿੰਦਾ, ਇਹਨੇ ਕੋਈ ਖੱਟਿਆ ਕਮਾਇਆ ਨਹੀਂ। ਬਾਦਸ਼ਾਹਾਂ ਦੀ ਧੀ ਦੀ ਤਰ੍ਹਾਂ ਜਿਵੇਂ ਵਿਆਹ ਹੁੰਦਾ, ਏਦਾਂ ਮਰਦਾਨੇ ਦੀ ਬੱਚੀ ਦਾ ਵਿਆਹ ਹੋਇਆ। ਸਾਧ ਸੰਗਤ ਐਵੇਂ ਨਹੀਂ ਗੁਰੂ ਨੇ ਕਿਹਾ ਕਿ ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਾਂ ਉਠ ਧਾਵੇ। ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੇ। ਇੱਕ ਆਖਰੀ ਗੱਲ ਹੋਰ ਸੁਣਾਉਣੀ ਹੈ, ਸਮਾਂ ਸਮਾਪਤ ਹੈ। ਮੈਂ ਨਿਊਜ਼ੀਲੈਂਡ ਤੋਂ ਪਿੱਛੇ ਥੋੜੇ ਦਿਨ 2 ਵੀਕਾਂ ਦਾ ਟੂਰ ਲਾ ਕੇ ਆਇਆ। ਉੱਥੇ ਘਟਨਾ ਘਟੀ ਤੁਹਾਡੇ ਕੰਮ ਆਏਗੀ, ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ ਹੈ ਜਾਂ ਜਿਨ੍ਹਾਂ ਨੇ ਅੱਗੇ ਕਰਨਾ। ਬਹੁਤ ਵੱਡੀ ਦਾਤ ਹੈ, ਇਹ 'ਚ ਕੋਈ ਸ਼ੱਕ ਨਹੀਂ। ਜਿੱਦਣ ਸਿੱਖ ਅੰਮ੍ਰਿਤ ਛਕ ਲੈਂਦਾ ਹੈ, ਸਾਧ ਸੰਗਤ ਤੇ ਗੱਲ ਸੱਚ ਹੈ, ਤੁਸੀਂ ਅੰਮ੍ਰਿਤ ਛਕਦੇ ਹੋ। 5 ਪਿਆਰੇ ਛਕਾਉਂਦੇ ਨੇ, ਛਕ ਬੋਲ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਰੀਰ ਦੇ ਰੋਗ ਤੇ ਪਾਪ ਧੋਤੇ ਜਾਂਦੇ ਨੇ, ਕਦੇ ਵਿਸ਼ਵਾਸ ਰੱਖਿਓ। ਜਿਵੇਂ ਨਵਾਂ ਬੱਚਾ ਜਨਮ ਲੈਂਦਾ ਨਾ, ਉਹਦੇ ਸਰੀਰ ਨੂੰ ਕੁਝ ਨਹੀਂ ਹੁੰਦਾ, ਨਾ ਉਹਦੇ ਅੰਦਰ ਕੋਈ ਪਾਪ ਹੁੰਦਾ ਹੈ। ਏਦਾਂ ਗੁਰੂ ਉਸ ਦਿਨ ਤੋਂ ਧੋ ਦਿੰਦਾ। ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਨਵਾਂ ਜਨਮ। ਉਹ ਗੁਰਮੁਖ ਪਿਆਰੇ ਤਿੰਨ ਭਰਾ ਨੇ ਉੱਥੇ ਰਹਿੰਦੇ, ਉਹਨਾਂ ਦੇ ਟਰੱਕ ਚੱਲਦੇ, ਜ਼ਮੀਨ ਹੈ। ਇੱਕ ਭਰਾ ਦੇ ਫੇਫੜੇ ਖਰਾਬ ਹੋ ਗਏ, ਮੈਂ ਸੰਖੇਪ ਵਿੱਚ ਕਹਿ ਦੇਣਾ, ਜਥਾ ਪਹੁੰਚ ਗਿਆ। ਜਦੋਂ ਫੇਫੜੇ ਖਰਾਬ ਹੋ ਗਏ, 80% ਡੈਮੇਜ ਹੋ ਗਿਆ, ਸ਼ਲਿੰਗ ਕਰ ਗਏ, ਸੁੰਗੜ ਗਏ। ਡਾਕਟਰਾਂ ਕਹੇ ਹੁਣ ਆਕਸੀਜਨ ਦਾ ਪੰਪ ਕੋਲ ਰੱਖੋ, ਜਿੱਥੇ ਜਾਣਾ ਪੰਪ ਕੋਲ ਰੱਖਣਾ ਪੈਣਾ ਤੁਰਨ ਲਈ, ਨਹੀਂ ਤਾਂ ਤੁਰ ਨਹੀਂ ਹੁੰਦਾ। ਫੇਫੜੇ ਆਕਸੀਜਨ ਨਹੀਂ ਲੈਂਦੇ ਬਾਹਰੋਂ, ਉਹਨੂੰ ਪੱਕਾ ਪੰਪ ਲੱਗ ਗਿਆ। ਸਾਧ ਸੰਗਤ ਤੋਂ ਗੁਰਦੁਆਰੇ ਆ ਗਏ, ਆ ਕੇ ਬਾਬਾ ਜੀ ਨੂੰ ਕਹਿੰਦੇ ਅਰਦਾਸ ਕਰਾਉਣੀ ਹੈ। ਕਹਿੰਦੇ ਕਾਹਦੀ? ਕਹਿੰਦੇ ਜੀ ਇਹਦੇ ਬੱਚੇ ਛੋਟੇ ਛੋਟੇ ਨੇ, ਇਹਦੇ ਫੇਫੜੇ ਸ਼ਲਿੰਗ ਕਰ ਗਏ, ਪਾਣੀ ਭਰਨ ਲੱਗ ਪਿਆ ਫੇਫੜਿਆਂ 'ਚ। ਬਾਬਾ ਜੀ ਅਰਦਾਸ ਕਰ ਦਿਓ ਠੀਕ ਹੋ ਜਾਏ। ਇੱਕ ਅਖੰਡ ਪਾਠ ਸਾਹਿਬ ਕਰਾਵਾਂ, ਅਖੰਡ ਪਾਠ ਸਾਹਿਬ ਸੁਖਣਾ। ਅੱਗੋਂ ਬਾਬਾ ਜੀ ਥੋੜੇ ਗੁੱਸੇ 'ਚ ਪੈ ਗਿਆ ਕਿ ਉਹ ਕਹਿੰਦੇ ਓਏ ਤੁਹਾਡੇ ਅਖੰਡ ਪਾਠ ਸਾਹਿਬ ਦੀ ਲੋੜ ਆ ਗੁਰੂ ਗ੍ਰੰਥ ਸਾਹਿਬ ਨੂੰ? ਕਹਿੰਦੇ ਅਖੰਡ ਪਾਠ ਸਾਹਿਬ ਦੀ ਲੋੜ ਤੁਹਾਨੂੰ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਲੋੜ ਨਹੀਂ ਪਾਠ ਦੀ। ਜੇ ਅਖੰਡ ਪਾਠ ਸਾਹਿਬ ਸੁਖਣਾ ਆਪੇ ਅਰਦਾਸ ਕਰ ਲਓ, ਮੈਂ ਨਹੀਂ ਕਰਨੀ। ਉਹ ਘਰ ਵਾਲੇ ਚੁੱਪ ਕਰ ਗਏ, ਕਹਿੰਦੇ ਜੀ ਧੋਤੋਂ ਕਰਾਉਣੀ ਹੈ। ਸਾਧ ਸੰਗਤ ਮੈਨੂੰ ਮਾਫ ਕਰਿਓ, ਇੱਥੇ ਕੋਈ ਗ੍ਰੰਥੀ ਹੋਵੇ ਨਾ ਪੰਜਾਬ 'ਚ, ਕਹਿ ਕੇ ਵੇਖੇਗਾ ਕਿਸੇ ਨੂੰ ਵੀ ਤੁਹਾਡੀ ਅਖੰਡ ਪਾਠ ਦੀ ਮੈਂ ਨਹੀਂ ਅਰਦਾਸ ਕਰਨੀ, ਆਪੇ ਕਰ ਲਓ ਜੇ ਅਖੰਡ ਪਾਠ ਸੁਖਣਾ, ਤੇ ਪ੍ਰਬੰਧਕ ਸ਼ਾਮਾਂ ਨੂੰ ਉਹਦਾ ਬੋਰੀ ਬਿਸਤਰਾ ਚੁਕਾ ਦੇਣਗੇ। ਤੂੰ ਚੱਲ ਮਾਮਿਆ, ਠੀਕ ਹੋਵੇ ਨਾ ਹੋਵੇ, ਸਾਡੀ ਇਨਕਮ ਰੋਕਣ ਡਿਆ, ਪਾਠ ਤਾਂ ਬੁੱਕ ਕਰ। ਸਾਧ ਸੰਗਤ ਦੇ ਕੋਈ ਕਮਾਈ ਵਾਲਾ ਹੀ ਕਹਿ ਸਕਦਾ ਜਿਹਦਾ ਸਿਮਰਨ। ਉਹ ਗੁਰੂ ਘਰ ਦੇ ਬਾਬਾ ਜੀ ਨੇ ਕਿਹਾ, ਕਹਿੰਦੇ ਮੈਂ ਨਹੀਂ ਅਰਦਾਸ ਕਰਨੀ, ਆਪੇ ਕਰ ਲਓ, ਤੁਹਾਡੀ ਕਿਹੜਾ ਗੁਰੂ ਨਾਲ 57 ਆ। ਸਾਧ ਸੰਗਤ ਘਰ ਵਾਲੇ ਬਹਿ ਗਏ, ਕਹਿੰਦੇ ਤੋਤੋਂ ਹੀ ਅਰਦਾਸ ਕਰਾਉਣੀ। ਉਹ ਕਹਿੰਦੇ ਜੇ ਮੇਤੋਂ ਕਰਾਉਣੀ ਸੌਦਾ ਵੱਡਾ ਕਰਨਾ ਪੈਣਾ। ਉਹ ਘਰ ਵਾਲੇ ਕਹਿੰਦੇ ਬਾਬਾ ਜੀ ਜਿੰਨੀ ਸੇਵਾ ਲਾ ਦਿਓ, 10,000 15,000 20,000 ਡਾਲਰ ਅਸੀਂ ਦੇ ਦਾਂਗੇ। ਤੇ ਅੱਗੋਂ ਜਿਹੜੇ ਉਹ ਬਾਬਾ ਜੀ ਸੀ ਉਹ ਹੋਰ ਗੁੱਸੇ 'ਚ ਆ ਗਏ, ਕਹਿੰਦੇ ਉਹ ਡਾਲਰ ਆਪਣੇ ਕੋਲੇ ਰੱਖੋ, ਜੇ ਤੁਹਾਡੇ ਡਾਲਰਾਂ ਨਾਲ ਠੀਕ ਹੁੰਦਾ ਨਾ ਤੁਸੀਂ ਕਰਵਾ ਲੈਣਾ ਸੀ ਬਾਹਰੋਂ। ਡਾਲਰਾਂ ਨਾਲ ਠੀਕ ਹੋਇਆ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਆਏ। ਜੇ ਡਾਲਰਾਂ ਨਾਲ ਠੀਕ ਹੁੰਦਾ ਤੁਸੀਂ ਕਰਵਾ ਲੈਣਾ ਸੀ ਬਾਹਰੋਂ, ਡਾਲਰਾਂ ਨਾਲ ਹੋਇਆ ਨਹੀਂ ਤਾਂ ਇੱਥੇ ਆਏ। ਚੁੱਪ ਕਰ ਗਏ। ਕਹਿੰਦੇ ਬਾਬਾ ਜੀ ਫਿਰ ਸੇਵਾ ਲਾ ਦਿਓ। ਕਹਿੰਦੇ ਸੇਵਾ ਲਾ ਦਿੰਨੇ ਆ, ਡਾਲਰ ਨਹੀਂ ਚਾਹੀਦੇ। ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਡੇ ਡਾਲਰਾਂ ਦੀ ਲੋੜ ਨਹੀਂ। ਉਹ ਚੁੱਪ ਕਰਕੇ ਬਹਿ ਗਏ। ਬਾਬਾ ਜੀ ਕਹਿੰਦੇ ਫਿਰ ਸੁਣੋ ਭਾਈ, ਜੇ ਸਾਤੋਂ ਅਰਦਾਸ ਕਰਨੀ ਤਾਂ ਗੱਲ ਸੁਣੋ। ਕਹਿੰਦੇ ਉਹ ਕਾਕਾ ਤੇਰੀ ਅਰਦਾਸ ਕਰਨੀ ਹੈ? ਕਹਿੰਦਾ ਜੀ ਹਾਂਜੀ। ਕਹਿੰਦੇ ਪਹਿਲੀ ਗੱਲ ਦਾੜੀ ਕੱਟਣੀ ਬੰਦ ਕਰ, ਜਿਹੜੀ ਰੋਜ਼ ਦਾੜੀ ਕੱਟਣੀ, ਮਨਜ਼ੂਰ ਆ ਤੈਨੂੰ? ਉਹ ਜਦੇ ਹੱਥ ਜੋੜ ਕੇ ਕਹਿੰਦਾ ਮਰਦਾ ਕੀ ਨਹੀਂ ਕਰਦਾ, ਪੰਪ ਤਾਂ ਉਹਨੂੰ ਪਹਿਲੇ ਆਕਸੀਜਨ ਲੱਗਾ। ਕਹਿੰਦਾ ਜੀ ਨਹੀਂ ਕੱਟਦਾ, ਅੱਜ ਤੋਂ ਬਾਅਦ ਨਹੀਂ ਕੱਟਦਾ। ਕਹਿੰਦੇ ਪੱਕਾ? ਕਹਿੰਦੇ ਗੁਰੂ ਨਾਲ ਵਾਅਦਾ ਕਰ ਲੈ। ਕਹਿੰਦਾ ਨਹੀਂ ਕੱਟਦਾ। ਫਿਰ ਉਹ ਗੁਰੂ ਘਰ ਦੇ ਗ੍ਰੰਥੀ ਬਾਬਾ ਜੀ ਪਰਿਵਾਰ ਵਾਲਿਆਂ ਨੂੰ ਕਹਿੰਦੇ ਤੇ ਘਰ ਵਾਲੀ ਕੌਣ ਆ? ਪੂਰਾ ਪਰਿਵਾਰ ਆਇਆ ਸੀ। ਉਹ ਕਹਿੰਦੇ ਜੀ ਆਹ ਲੜਕੀ ਆ। ਕਹਿੰਦੇ ਬੀਬਾ ਅੱਗੇ ਆ ਜਾ। ਕਹਿੰਦੇ ਪੁੱਤ ਗੱਲ ਸੁਣ ਲੈ, ਅੱਜ ਤੋਂ 13ਵੇਂ ਦਿਨ ਇਸ ਸਥਾਨ ਤੇ ਅੰਮ੍ਰਿਤ ਸੰਚਾਰ ਆ, ਖੰਡੇ ਵਾਟੇ ਦੀ ਪੌਲ ਤਿਆਰ ਹੋਣੀ, ਤੁਹਾਨੂੰ ਦੋਹਾਂ ਜੀਆਂ ਨੂੰ ਅੰਮ੍ਰਿਤ ਛਕਣਾ ਪੈਣਾ, ਮਨਜ਼ੂਰ ਹੈ? ਕਹਿੰਦੇ ਜੀ ਸਾਨੂੰ ਮਨਜ਼ੂਰ ਹੈ। ਕਹਿੰਦੇ ਫਿਰ ਚਲੋ ਅਰਦਾਸ ਕਰੀ। ਹੱਥ ਤੋਂ ਅਰਦਾਸ ਕੀਤੀ ਉਹਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਹ ਪਰਿਵਾਰ ਦੀ ਅਰਦਾਸ ਹੈ, ਕਿਰਪਾ ਕਰੋ ਕਲਗੀਧਰ ਪਾਤਸ਼ਾਹ। ਸਾਧ ਸੰਗਤ 13 ਦਿਨ ਉਹ ਨੌਜਵਾਨ ਨੇ ਦਾੜੀ ਨਹੀਂ ਕੱਟੀ, 13ਵੇਂ ਦਿਨ ਅੰਮ੍ਰਿਤ ਸੰਚਾਰ ਸੀ। 13 ਦਿਨ ਉਹਨੂੰ ਮਹਿਸੂਸ ਹੁੰਦਾ ਰਿਹਾ ਜਿਵੇਂ ਕੋਈ ਇਹਦੇ ਅੰਦਰ ਕੋਈ ਚੀਜ਼ ਕੰਮ ਕਰ ਰਹੀ ਹੈ, ਪਰ ਉਹ ਪ੍ਰੋਪਰ ਪੂਰੀ ਤਰ੍ਹਾਂ ਉਹਦਾ ਰੋਗ ਹਟਿਆ ਨਹੀਂ। 13ਵੇਂ ਦਿਨ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਤਿਆਰ ਹੋਇਆ। ਉਦਣ ਵੀ ਉਹ ਪੰਪ ਆਕਸੀਜਨ ਦਾ ਕੋਲ ਲੈ ਕੇ ਆਇਆ। ਜਦੋਂ ਅੰਮ੍ਰਿਤ ਛਕਾ ਰਹੇ ਸੀ ਨਾ, ਤੁਹਾਨੂੰ ਪਤਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵੀਰ ਆਸਣ ਬੈਠਣਾ ਪੈਂਦਾ ਛਕਣ ਵਾਸਤੇ, ਤਾਂ ਵੀਰ ਆਸਣ ਬਿਠਾਉਣ ਲੱਗੇ ਬਹਿ ਨਾ ਹੋਵੇ, ਸਾਹ ਚੜਦਾ। ਇੱਕ ਸਿੱਖ ਨੇ ਫੜਿਆ, 5 ਪਿਆਰੇ ਛਕਾ ਰਹੇ ਸੀ, ਬੋਲ ਛਕ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਚੁਲੇ ਦਵਾ ਦਵ ਛਕਣੇ ਪਏ, ਨੇਤਰਾਂ ਛੱਟੇ ਪਾਏ, ਕੇਸਾਂ 'ਚ ਅੰਮ੍ਰਿਤ ਸਿੰਚਿਆ। ਤੇ ਸਾਧ ਸੰਗਤ ਉਹ ਜਿਵੇਂ ਉਹਨੇ ਅੰਮ੍ਰਿਤ ਛਕਿਆ, ਉਹਨੂੰ ਸਾਹੋ ਸਾਹੀ ਅੱਖਾਂ ਬਾਹਰ, ਲਾਲ ਚਿਹਰਾ ਹੋ ਗਿਆ, ਤੜਫਣ ਲੱਗ ਪਿਆ ਸਰੀਰ। ਤੇ ਉਹਨੂੰ 5 ਪਿਆਰਿਆਂ ਕਿ ਇਹਨੂੰ ਪਰੇ ਲਟਾ ਦਿਓ, ਜੇ ਬਹਿ ਨਹੀਂ ਸਕਦਾ। ਉਹਨੂੰ ਪਾ ਦਿੱਤਾ। ਘਰ ਦੇ ਡਰ ਗਏ। ਉਹਨਾਂ ਨੇ ਐਮਰਜੈਂਸੀ ਐਂਬੂਲੈਂਸ ਕਾਲ ਕਰ ਦਿੱਤਾ। ਐਂਬੂਲੈਂਸ ਵਾਲੇ ਆ ਗਏ।
ਉਹਨਾਂ ਆਕਸੀਜਨ ਲਾਈ, ਉਹਨੂੰ ਚੁੱਕ ਕੇ ਲੈ ਗਏ, ਪੰਪ ਤਾਂ ਦੇ ਰਹੇ ਸੀ। ਉਹ ਘਰ ਦੇ ਡਰ ਕੇ ਕਹਿੰਦੇ ਬਾਬਾ ਜੀ ਇਹ ਕੀ ਹੋ ਗਿਆ? ਕਹਿੰਦੇ ਉਹ ਬਸ ਹੁਣ ਵਿਸ਼ਵਾਸ ਰੱਖਿਓ, ਅਸੀਂ ਨਹੀਂ ਤੁਹਾਨੂੰ ਕਿਹਾ ਸੀ ਵੀ ਐਂਬੂਲੈਂਸ ਬੁਲਾਓ, ਪਰ ਤੁਸੀਂ ਫਿਰ ਵੀ ਬੁਲਾ ਲਈ। ਭਰੋਸਾ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਕਲਗੀਧਰ ਪਾਤਸ਼ਾਹ ਤੇ। ਕਹਿੰਦੇ ਤੁਹਾਡੀ ਫੈਲ ਹੁਣ ਸਿੱਧੀ ਲੱਗ ਗਈ ਆ, ਹੁਣ ਉਹ ਹੋਣਾ ਕਿ ਜੋ ਜੋ ਕਹੇ ਠਾਕੁਰ ਬੈ ਸੇਵਕ ਤਤਕਾਲ ਹੋਏ ਆਵੇ। ਹੈਮਿਲਟਨ ਬਹੁਤ ਵੱਡਾ ਉੱਥੇ ਹਸਪੀਟਲ ਹੈ ਆਕਲੈਂਡ 'ਚ, ਉੱਥੇ ਲੈ ਗਏ। ਉੱਥੇ ਜਾਂਦੇ ਥੋੜਾ ਨਾਰਮਲ ਹੋ ਗਿਆ, ਉਹਨੇ ਸਾਰੇ ਟੈਸਟ ਕੀਤੇ, ਰਾਤ ਐਡਮਿਟ ਰੱਖਿਆ। ਪਹਿਲੀ ਰਾਤ ਸੀ 7 ਸਾਲਾਂ ਜਿੱਦਣ ਉਹਨੂੰ ਨੀਂਦ ਗੂੜੀ ਆਈ। ਸਵੇਰੇ ਉਹਦੀ 10 ਵਜੇ ਰਿਪੋਰਟ ਆਈ। ਅੰਗਰੇਜ਼ ਡਾਕਟਰ ਹੈਰਾਨ ਸੀ। ਉਹਨੇ ਆ ਕੇ ਰਿਪੋਰਟਾਂ ਦਿਖਾ ਕੇ ਕਿਹਾ ਮਿਸਟਰ ਸਿੰਘ ਉਹਦੇ ਪਰਿਵਾਰ ਨੂੰ, ਸਾਡੇ ਕੋਲ 80% ਡੈਮੇਜ ਫੇਫੜੇ ਜਿਨ੍ਹਾਂ 'ਚ ਪਾਣੀ ਭਰਦਾ ਹੋਵੇ ਸ਼ਲਿੰਗ ਕਰ ਗਏ ਹੋਣ, ਉਹਨੂੰ ਖੋਲਣ ਦੀ ਤੰਦਰੁਸਤੀ ਦੀ ਕੋਈ ਦਵਾਈ ਨਹੀਂ। ਪਤਾ ਨਹੀਂ ਤੇਰੇ ਨਾਲ ਕੀ ਵਾਪਰਿਆ ਸਜਣਾ, ਤੇਰੀ ਰਿਪੋਰਟ ਆਈ ਹੈ ਓਏ 80% ਡੈਮੇਜ ਫੇਫੜੇ 100% ਕੰਮ ਕਰਨ ਲੱਗ ਪਏ।